ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਆਚਾਰੀ। ਦੋਏ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਵਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਹਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਹ ਕੁਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮੰ ਪਰਮ ਪਰਾਵਰਨਾਥ। ਜੂਲ ਚਰਨ ਬੰਦਨਾ, ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਨ ਤੇ ਬੜਿਆਗੀ, ਪਾਵਹਿ ਗਤ ਵਿਸ਼ਰਾਮ। ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪਹਿਲਾ, ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਵੋ ਸੱਜਣਾ, ਹਉ ਦੇਖਾਂ ਦਰਸ਼ਨ ਤੇਰਾ ਰਾਮ। ਘਰ ਆਪਨੜੈ ਖੜੀ ਤੱਕਾ, ਮੈਂ ਮਨ ਚਾਉ ਕਨੇਰਾ ਰਾਮ। ਆਵਹੁ ਸੱਜਣਾ, ਹਉ ਦੇਖਾਂ ਦਰਸ਼ਨ ਤੇਰਾ ਰਾਮ। ਘਰ ਆਪਨੜੈ ਖੜੀ ਤੱਕਾ, ਮੈਂ ਮਨ ਚਾਉ ਕਨੇਰਾ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪ੍ਰਸੰਨਤਾ ਲੈਣ ਵਾਸਤੇ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹਾਜ਼ਰੀ ਭਰ ਰਹੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਮਹਾਨ ਕਿਰਪਾਲਤਾ ਬਖਸ਼ਿਸ਼ ਦਾ ਸਦਕਾ ਚੱਲ ਰਹੇ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਪ੍ਰਕਾਸ਼ ਹੋਏ ਹਨ। ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਵਾਰ ਦਾ ਸੰਪੂਰਨ ਕੀਰਤਨ ਹਰਜਸ ਔਰ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸ਼ਰਵਣ ਕਰਨ ਵਾਸਤੇ ਆਪ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਪਿਛਲੇ ਦਿਨਾਂ ਵਿੱਚ ਪ੍ਰਬੰਧਕਾਂ ਨੇ, ਸਮੂਹ ਸੰਗਤਾਂ ਨੇ ਰਲ ਮਿਲ ਕੇ ਸਾਰੇ ਵਿਸ਼ਵ ਵਿਆਪੀ ਗੁਰੂ ਘਰਾਂ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ 551ਵਾਂ ਅਵਤਾਰ ਗੁਰਪੁਰਬ ਬੜੀ ਧੂਮਧਾਮ ਦੇ ਨਾਲ
ਮਨਾਇਆ ਹੈ। ਸ਼੍ਰੀ ਨਨਕਾਣਾ ਸਾਹਿਬ ਸਤਿਗੁਰੂ ਜੀ ਦੇ ਪਾਵਨ ਅਵਤਾਰ ਸਥਾਨ ਤੇ ਔਰ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਬਹੁਤ ਹੀ ਸ਼ਾਨ ਸ਼ੌਕਤ ਦੇ ਨਾਲ ਖਾਲਸਾ ਪੰਥ ਨੇ, ਸਮੂਹ ਸਾਧ ਸੰਗਤ ਨੇ ਬੜੇ ਪਿਆਰ ਦੇ ਨਾਲ ਗੁਰਪੁਰਬ ਮਨਾਏ ਹਨ। ਗੁਰੂ ਮਹਾਰਾਜ ਨੇ ਬੜੀ ਮਹਾਨ ਬਖਸ਼ਿਸ਼ ਰਹਿਮਤ ਕੀਤੀ ਹੈ। ਬੇਅੰਤ ਸੰਗਤਾਂ ਨੇ ਸਮੇਂ ਦੇ ਲਾਹੇ ਪ੍ਰਾਪਤ ਕੀਤੇ ਹਨ ਔਰ ਜਿੱਥੇ ਖੁਸ਼ੀਆਂ ਦੇ ਸਮੇਂ ਮਹਾਰਾਜ ਦੇ ਹੁਕਮ ਦੇ ਅੰਦਰ ਸਾਰਾ ਉਹਦੀ ਰਜ਼ਾ ਵਿੱਚ ਹੀ ਚੱਲ ਰਿਹਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੜੀਆਂ ਮਹਾਨ ਬਖਸ਼ਿਸ਼ਾਂ ਬੜੀਆਂ ਜਿਨ੍ਹਾਂ ਸੰਗਤਾਂ ਨੇ ਦਰਸ਼ਨ ਕੀਤੇ, ਤਨ ਤਨ ਕਰਕੇ ਸੇਵਾ ਕਰਕੇ ਲਾਹੇ ਲਏ। ਸਤਿਗੁਰੂ ਦੇ ਘਰੋਂ ਸ਼ਰਧਾਵਾਨਾਂ ਨੂੰ ਅਸ਼ੀਰਵਾਦਾਂ ਪ੍ਰਾਪਤ ਹੋਈਆਂ। ਸੋ ਆਓ ਪਿਆਰ ਦੇ ਨਾਲ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੀ ਵਿਚਾਰ ਸ਼ਰਵਣ ਕਰੀਏ। ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਵਜ ਵਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪਹਿਲਾ ਘਰ ਤੀਜਾ। ਰਾਗ ਸੂਹੀ ਹੈ। ਪਹਿਲੇ ਪਾਤਸ਼ਾਹ ਜੀ ਤੀਸਰੇ ਘਰ 3 ਤਾਲ ਵਿੱਚ ਇਹ ਸ਼ਬਦ ਦੀ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਪਰਮੇਸ਼ਰ ਜੀ ਇੱਕ ਅਦਵੈਤ ਸਰੂਪ ਹਨ। ਓਂਕਾਰ ਪ੍ਰਕਾਸ਼ ਰੂਪ ਹਨ। ਸਤਿ ਚਿਤ ਆਨੰਦ ਸਰੂਪ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਨਿਰੰਕਾਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਆਵਹੋ ਸੱਜਣਾ। ਇਹ ਸੱਜਣ ਪੁਰਸ਼ੋ ਆਓ, ਆ ਕੇ ਮਿਲਣਾ ਕਰੋ। ਹਉ ਦੇਖਾਂ ਦਰਸ਼ਨ ਤੇਰਾ ਰਾਮ। ਇਹ ਸੱਜਣ ਸਰੂਪ ਸਤਿਗੁਰੂ ਰਾਮ ਰਮੇ ਹੋਏ ਅਸੀਂ ਆਪ ਜੀ ਦਾ ਦਰਸ਼ਨ ਦੇਖਣਾ ਚਾਹੁੰਦੇ ਹਾਂ। ਘਰ ਆਪਨੜੇ ਖੜੀ ਤੱਕਾ। ਅਸੀਂ ਨੇ ਆਪਣੇ ਘਰ ਵਿੱਚ ਖਲੋਤੇ ਹੋਏ ਤੇਰੇ ਪਵਿੱਤਰ ਰਸਤਿਆਂ ਨੂੰ ਤੱਕ ਰਹੇ ਹਾਂ। ਸਾਧ ਸੰਗਤ ਰੂਪੀ ਆਪਣਾ ਘਰ ਆ, ਇਹਦੇ ਸਾਵਧਾਨੀ ਦੇ ਨਾਲ ਤੇਰਾ ਦਰਸ਼ਨ ਦੇਖਣ ਵਾਸਤੇ ਤੱਕਦੇ ਹਾਂ। ਇੱਧਰ ਸਾਰੀ ਦ੍ਰਿਸ਼ਟੀ ਲੱਗੀ ਹੋਈ ਹੈ। ਮਨ ਚਾਓ ਕਨੇਰਾ ਰਾਮ। ਮਨ ਦੇ ਵਿੱਚ ਘਣਾ ਬਹੁਤ ਹੀ ਗਾੜਾ ਚਾਅ ਹੈ, ਬੜਾ ਪਿਆਰ ਹੈ। ਕਿਉਂਕਿ ਜਿੱਥੇ ਪਿਆਰ ਹੁੰਦਾ ਹੈ ਉੱਥੇ ਚਾਅ ਵੀ ਹੁੰਦਾ ਹੈ। ਇਸ ਕਰਕੇ ਤੇਰੇ ਦਰਸ਼ਨ ਦੇਖਣ ਦਾ ਬੜਾ ਭਾਰੀ ਚਾਅ ਹੈ। ਆਪ ਕਿਰਪਾ ਕਰਕੇ ਸਾਨੂੰ ਆਪਣਾ ਪਵਿੱਤਰ ਦਰਸ਼ਨ ਦੀਦਾਰ ਬਖਸ਼ੋ। ਤੂੰ ਚੋ ਸੱਜਣ ਮੈਡਿਆ ਡੇਈ ਸੇ ਸੋਤਾਰ। ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ। ਤੁਹਾਡੇ ਦਰਸ਼ਨ ਨੂੰ ਕਦੋਂ ਦੇਖਾਂਗੇ, ਇਹ ਮਨ ਵਿੱਚ ਬੜਾ ਚਾਅ ਹੈ। ਤੱਕ ਰਹੇ ਹਾਂ, ਦੇਖ ਰਹੇ ਹਾਂ ਕਿ ਆਪ ਜੀ ਕਦੋਂ ਦਰਸ਼ਨ ਦੀਦਾਰ ਬਖਸ਼ਿਸ਼ ਕਰੋਗੇ। ਮਨ ਚਾਓ ਕਨੇਰਾ ਸੁਣ ਪ੍ਰਭ ਮੇਰਾ। ਇਹ ਮੇਰੇ ਪ੍ਰਭੂ ਸਾਡੀ ਬੇਨਤੀ ਨੂੰ ਸੁਣੋ। ਆਪ ਅੰਤਰਜਾਮੀ ਹੈ। ਸਾਡੇ ਮਨ ਦੇ ਵਿੱਚ ਆਪ ਜੀ ਦੇ ਦਰਸ਼ਨ ਦੇਖਣ ਦਾ ਘਣਾ ਬਹੁਤ ਹੀ ਜ਼ਿਆਦਾ ਚਾਅ ਪਿਆਰ ਹੈ। ਮੈਂ ਤੇਰਾ ਪਰਵਾਸਾ। ਤੇ ਮੈਨੂੰ ਆਪ ਜੀ ਦਾ ਭਰੋਸਾ ਹੈ ਕਿ ਆਪ ਜੀ ਜ਼ਰੂਰ ਕਿਰਪਾ ਕਰੋਗੇ, ਦਰਸ਼ਨ ਦੀਦਾਰ ਬਖਸ਼ਿਸ਼ ਕਰੋਗੇ। ਇਸ ਤਰ੍ਹਾਂ ਸਾਈਂ ਬੁੱਧੂ ਸ਼ਾਹ ਭਗਾਣੀ ਦੇ ਯੁੱਧ ਵਿੱਚ ਜਦੋਂ ਪਠਾਨ 500 ਜਿਹੜਾ ਨੌਕਰ ਰਖਾਇਆ ਸੀ ਭਗੌੜਾ ਹੋ ਗਿਆ, ਫਿਰ ਸਾਈਂ ਸਾਹਿਬ 700 ਮਰੀਦ ਇਹ ਆਪਣੇ ਸਪੁੱਤਰਾਂ ਨੂੰ ਲੈ ਕੇ ਇਸ ਧਰਮ ਯੁੱਧ ਲਈ ਹਾਜ਼ਰ ਹੋ ਗਏ ਸੀ ਅਤੇ ਆਪਣੇ ਪੁੱਤਰ ਸ਼ਹੀਦ ਕਰਾਏ। ਬਹੁਤ ਸਾਰੇ ਮਰੀਦ
ਤੇ ਮਹਾਰਾਜ ਨੇ ਫਿਰ ਬਖਸ਼ਿਸ਼ ਰੂਪ ਅੱਧੀ ਦਸਤਾਰ ਕੇਸਾਂ ਸਮੇਤ ਕੰਘਾ ਸਾਈਂ ਸਾਹਿਬ ਨੂੰ ਬਖਸ਼ਿਸ਼ ਕੀਤਾ ਸੀ। ਇਹਦੇ ਘਰੋਂ ਜੋ ਨਸੀਰਾਂ ਬੇਗਮ ਉਹ ਰੋਜ਼ ਕਿਹਾ ਕਰੇ ਕਿ ਕੀ ਕਾਫਰਾਂ ਦੇ ਪੀਰ ਮਗਰ ਲਾ ਕੇ ਖਟਿਆ, ਪੁੱਤਰ ਦੇ ਚੇਲੇ ਮਰਾ ਲੈ। ਉਹ ਕਹਿੰਦੇ ਤੈਨੂੰ ਹਲੇ ਸੋਝੀ ਨਹੀਂ, ਉਹ ਤਾਂ ਦੁਨੀਆ ਨੂੰ ਮੋਮਨ ਬਣਾਉਣ ਵਾਲੇ ਆ। ਸਾਈਂ ਸਾਹਿਬ ਨੇ ਅਰਦਾਸ ਕੀਤੀ ਕਿ ਮਹਾਰਾਜ ਨੂੰ ਵੀ ਸੋਝੀ ਬਖਸ਼ੋ। ਇੱਕ ਦਿਨ ਐਸਾ ਕੌਤਕ ਹੋਇਆ ਕਿ ਉਹ ਵਿਹੜੇ ਵਿੱਚ ਝਾੜੂ ਫੇਰ ਰਹੇ ਸੀ। ਉਦੋਂ ਮਹਾਰਾਜ ਸੱਚੇ ਪਾਤਸ਼ਾਹ ਘੋੜੇ 'ਤੇ ਸਵਾਰ ਤੇ ਦਰਸ਼ਨ ਦਿੱਤੇ। ਪੰਜੇ ਪਿਆਰੇ ਚਾਰੇ ਸਾਹਿਬਜ਼ਾਦੇ ਨਾਲ ਹੈ, ਸਾਈਂ ਸਾਹਿਬ ਦੇ ਸਪੁੱਤਰ ਵੀ ਨਾਲ ਹੈ। ਦੇਖ ਕੇ ਹੈਰਾਨ ਹੋ ਗਈ ਕਿ ਤਾਂ ਇਸ ਤਰ੍ਹਾਂ ਸ਼ਹੀਦ ਹੋ ਗਏ ਸੀ। ਪੁੱਛਦੀ ਹੈ, ਕਹਿੰਦੇ ਅਸੀਂ ਕਿ ਫਰਸ਼ ਦੀ ਬਾਦਸ਼ਾਹੀ ਤਿਆਗ ਕੇ ਅਰਸ਼ ਦੀ ਪਾ ਲਈ ਹੈ। ਤੇ ਮਹਾਰਾਜ ਦੀ ਦਿਵਯ ਦ੍ਰਿਸ਼ਟੀ ਹੋਈ, ਦਰਸ਼ਨ ਦਿਦਾਰ ਹੋਏ ਤੇ ਆਮ ਮੁਹਾਰੇ ਸਤਿਨਾਮ ਸ਼੍ਰੀ ਵਾਹਿਗੁਰੂ ਦੀ ਧੁਨ ਜਪ ਰਹੀ ਹੈ। ਤੇ ਸਾਈਂ ਸਾਹਿਬ ਕਹਿੰਦੇ ਅੱਜ ਦਰਸ਼ਨ ਹੋ ਗਏ। ਹਾਂ, ਇਸ ਕਰਕੇ ਫਿਰ ਮਹਾਰਾਜ ਕਿਰਪਾ ਕਰ ਦਿੰਦੇ ਆ। ਕਈ ਵਾਰੀ ਤੇ ਅੰਦਰੋਂ ਪਿਆਰ ਜਾਗਦਾ, ਕਈ ਵਾਰੀ ਜਦੋਂ ਇਨਸਾਨ ਭੁਲੇਖੇ 'ਚ ਹੁੰਦਾ ਤੇ ਉਹਦਾ ਭੁਲੇਖਾ ਦੂਰ ਕਰਨ ਵਾਸਤੇ ਵੀ ਮਹਾਰਾਜ ਸਾਖਸ਼ਾਤ ਹੋ ਕੇ ਮਿਹਰ ਕਰ ਦਿੰਦੇ ਹਨ। ਘਣਾ ਚਾਅ ਐਸਾ ਹੈ ਜਿਹਦੇ ਦੁਆਰਾ ਦਿਵਯ ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ। ਮੈਂ ਤੇਰਾ ਪਰਵਾਸਾ। ਸਤਿਗੁਰੂ ਜੀ ਸਾਨੂੰ ਆਪ ਜੀ ਦਾ ਭਰੋਸਾ ਹੈ, ਸਿਦਕ ਹੈ, ਵਿਸ਼ਵਾਸ ਹੈ। ਦਰਸ਼ਨ ਦੇਖ ਭਈ ਨਿਹ ਕੇਵਲ। ਆਪ ਜੀ ਦਾ ਦਰਸ਼ਨ ਦੇਖ ਕੇ ਨਿਹ ਕੇਵਲ ਸ਼ੁੱਧ ਹੋ ਗਈ ਇਹ ਬਿਰਤੀ। ਮਨ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਵਿਕਾਰ ਵਾਲਾ ਫੁਰਨਾ ਨਹੀਂ ਰਿਹਾ ਹੈ। ਜਨਮ ਮਰਨ ਦੁਖ ਨਾਸਾ। ਤੇਰੇ ਦਰਸ਼ਨ ਵਿੱਚ ਕੀ ਬਰਕਤ ਹੈ, ਤੇਰੀ ਦ੍ਰਿਸ਼ਟੀ ਵਿੱਚ ਕੀ ਰਹਿਮਤ ਹੈ। ਜੰਮਣ ਮਰਨ ਦਾ ਜਿਹੜਾ ਦੁੱਖ ਸਭ ਨੂੰ ਵੱਡਾ ਮੰਨਿਆ ਉਹ ਨਾਸ ਹੋ ਗਿਆ। ਭਾਵ ਆਵਾਗਮਨ ਦਾ ਚੱਕਰ ਖਤਮ ਹੋ ਗਿਆ ਤੇ ਜਿਹੜੀ ਮੁਕਤ ਅਵਸਥਾ ਸੀ ਉਹ ਪ੍ਰਾਪਤ ਹੋ ਗਈ ਹੈ। ਸਗਲੀ ਜੋਤ ਜਾਤਾ ਤੂੰ ਸੋਈ। ਸਾਰਿਆਂ ਵਿੱਚ ਤੇਰੀ ਜੋਤ ਹੈ। ਜਦੋਂ ਤੇਰੀ ਮਿਹਰ ਹੋ ਗਈ ਤੇ ਸਾਰਿਆਂ ਵਿੱਚ ਤੇਰੇ ਸਰੂਪ ਨੂੰ ਜਾਤਾ ਮੈਨੇ ਜਾਣਿਆ। ਅੱਗੇ ਤਾਂ ਭਿੰਨ ਭਿੰਨ ਦੇਖਦੇ ਸੀ ਨਾ, ਮੈਂ ਕੌਣ ਆ, ਤੂੰ ਕੌਣ ਆ। ਹੁਣ ਸਾਰਿਆਂ 'ਚ ਇੱਕੋ ਇੱਕ ਨਿਰੰਕਾਰ ਦੀ ਜੋਤ ਜਿਹੜੀ ਦੇਖੀ ਹੈ। ਜਿਵੇਂ ਭਾਈ ਨੰਦ ਲਾਲ ਸਾਹਿਬ ਕਹਿੰਦੇ ਹਨ ਕਿ ਨੂਰ ਹਰਦਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਹਰਦਰ ਜਿਸਮ ਗੁਰੂ ਗੋਬਿੰਦ ਸਿੰਘ। ਸਾਰਿਆਂ ਦੇ ਨੇਤਰਾਂ ਵਿੱਚ ਜਿਹੜੀ ਜੋਤ ਉਹ ਵੀ ਮੇਰੇ ਪਿਆਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ੀ ਹੈ। ਸਾਰਿਆਂ ਅੰਦਰ ਜਿਹੜੇ ਆਤਮਾ ਉਹ ਵੀ ਆਤਮਾ ਕਰਕੇ ਮਹਾਰਾਜ ਹੀ ਵਿਰਾਜ ਰਹੇ ਹਨ। ਇਸ ਕਰਕੇ ਸਾਰਿਆਂ ਵਿੱਚ ਤੈਨੂੰ ਜੋਤੀ ਰੂਪ ਕਰਕੇ ਜਾਣ ਲਿਆ ਹੈ। ਮਿਲਿਆ ਭਾਏ ਸੁਭਾਏ। ਵਿਸ਼ੇਸ਼ ਕਰਕੇ ਭਾਏ ਜਦੋਂ ਪਿਆਰ ਧਾਰਿਆ, ਭਾਵਨਾ ਬਣਾਈ, ਉਹ ਨਿਰੰਕਾਰ ਆ ਕੇ ਮਿਲਿਆ। ਭਾਵ ਸਰਗੁਣ ਸਰੂਪ ਚ ਆ ਕੇ ਵੀ ਦਰਸ਼ਨ ਦਿੱਤੇ ਹਨ। ਨਾਨਕ ਸਾਜਨ ਕੋ ਬਲ ਜਾਈਐ। ਪਾਤਸ਼ਾਹ ਕਹਿੰਦੇ ਸੱਜਣ ਸਰੂਪੀ ਸਤਿਗੁਰੂ ਤੋਂ ਅਸੀਂ ਸਦਾ ਵਾਸਤੇ ਬਾਰਨੇ ਬਲਿਹਾਰ ਜਾਂਦੇ ਹਾਂ। ਸਾਚ ਮਿਲੇ ਘਰ ਆਏ। ਦੇ ਵਿੱਚ ਸੱਚ ਆ ਗਿਆ, ਝੂਠ ਚਲੇ ਗਿਆ ਔਰ ਯਥਾਰਥ ਵਿਚਾਰ ਪ੍ਰਾਪਤ ਹੋ ਗਈ। ਉਹ ਨਿਰੰਕਾਰ ਹਿਰਦੇ ਰੂਪੀ ਘਰ 'ਚ ਆ ਕੇ ਮਿਲ ਜਾਂਦਾ ਹੈ। ਘਰ ਆਇੜੇ ਸਾਜਨਾ। ਉਹ ਸੱਜਣ ਸਰੂਪੀ ਸਤਿਗੁਰੂ ਹਿਰਦੇ ਰੂਪੀ ਘਰ ਵਿੱਚ ਆਏ ਹਨ। ਭਾਵ ਸਾਖਿਆਤ ਪ੍ਰਗਟ ਹੋਏ ਹਨ। ਤਾਂ ਧੰਨ ਖਰੀ ਸਰਸੀ ਰਾਮ। ਜਿਹੜੀ ਜੀਵ ਰੂਪੀ ਇਸਤਰੀ ਸੀ, ਸਰਸੀ ਮੈਨੇ ਆਨੰਦ ਦੇ ਸਹਿਤ ਹੋ ਗਈ ਹੈ। ਹਰ ਮੋਹਿੜੀ ਸਾਚ ਸ਼ਬਦ। ਜਦੋਂ ਸੱਚੇ ਸ਼ਬਦ ਨਾਲ ਬਿਰਤੀ ਜੁੜ ਗਈ ਤੇ ਜਿਹੜਾ ਮਨ ਸੀ ਉਹ ਵਾਹਿਗੁਰੂ ਦੇ ਪਿਆਰ ਵਿੱਚ ਮੋਹਿਆ ਗਿਆ ਹੈ। ਠਾਕੁਰ ਦੇਖ ਹੰਸੀ ਰਾਮ। ਰਮਿਆ ਹੋਇਆ ਰਾਮ ਜਿਹੜਾ ਠਾਕਰ ਸਾਰਿਆਂ ਦਾ ਮਾਲਕ ਹੈ,
ਉਹਨੂੰ ਦੇਖ ਕੇ ਰਹੰਸੀ ਮੈਨੇ ਆਨੰਦ ਦੇ ਸਹਿਤ ਹੋ ਗਏ। ਜੀਵਨ ਵਿੱਚ ਇੱਕ ਨਵਾਂ ਖੇੜਾ ਪੈਦਾ ਹੋ ਗਿਆ ਹੈ। ਗੁਣ ਸੰਗਰ ਹੰਸੀ ਖਰੀ ਸਰਸੀ। ਹੁਣ ਸ਼ੁਭ ਗੁਣਾਂ ਦੇ ਨਾਲ ਰਹੰਸੀ ਆਨੰਦਿਤ ਹੋ ਗਈ ਹੈ ਤੇ ਖੜੀ ਸਰਸੀ ਕਰੀ ਮੈਨੇ ਬਹੁਤ ਹੀ ਸਰਸੀ ਆਨੰਦ ਸਹਿਤ ਹੋ ਗਈ ਹੈ। ਜਾ ਰਾਵੀ ਰੰਗ ਰਤੈ। ਜਦੋਂ ਉਸ ਨੂੰ ਰਾਵਿਆ ਚੇਤੇ ਕੀਤਾ, ਉਹਦਾ ਜਿਹੜਾ ਰੰਗ ਪਿਆਰ ਸੀ ਉਹਦੇ ਵਿੱਚ ਜੀਵ ਆਤਮਾ ਰੰਗੀ ਗਈ ਹੈ। ਅਵਗੁਣ ਮਾਰ ਗੁਣੀ ਘਰ ਛਾਇਆ। ਜਦੋਂ ਔਗੁਣਾਂ ਨੂੰ ਖਤਮ ਕਰ ਦਿੱਤਾ ਤੇ ਗੁਣੀ ਸਰੂਪੀ ਜਿਹੜਾ ਪਰਮਾਤਮਾ ਉਹ ਛਾਇਆ ਹੈ, ਉਸ ਨੇ ਆਪਣਾ ਜਿਹੜਾ ਪਵਿੱਤਰ ਪ੍ਰਭਾਵ ਹੈ ਉਹ ਇਸ ਉੱਤੇ ਪਾਇਆ ਹੈ। ਪੂਰੇ ਪੁਰਖ ਵਿਧਾਤੈ। ਪੂਰਾ ਪੁਰਖ ਹੈ ਵਿਧਾਤਾ, ਵਿਧੀਆਂ ਨੂੰ ਮੇਲਣ ਵਾਲਾ, ਪਾਪਾਂ ਨੂੰ ਨਾਸ ਕਰਨ ਵਾਲਾ, ਰੱਖਿਆ ਕਰਨ ਵਾਲਾ, ਪੁਰੀਆਂ ਦਾ ਖੋਹ ਨਾਸ ਕਰਨ ਵਾਲਾ ਅਤੇ ਸਾਰਿਆਂ ਦਾ ਅੰਨ ਪਾਣੀ ਭੋਜਨ ਪਾਣੀ ਦੇਣ ਦਾ ਪੌਰਿਸ਼ ਕਰਨ ਵਾਲਾ ਉਸ ਵਿਧਾਤੇ ਨੂੰ ਪਾਇਆ ਹੈ। ਤਸਕਰ ਮਾਰ ਵਸੀ ਪੰਚਾਇਣ। ਇਹ ਤਸਕਰ ਜਿਹੜੇ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੀ, ਜਦੋਂ ਇਹਨਾਂ ਨੂੰ ਮਾਰ ਲਿਆ ਤਸਕਰਾਂ ਚੋਰਾਂ ਨੂੰ, ਤੇ ਪੰਚਾਇਣ ਪੰਚਾਂ ਦੇ ਆਣ, ਪੰਜ ਜਿਹੜੇ ਸ੍ਰੇਸ਼ਟ ਗੁਰਮੁਖ ਪਿਆਰੇ ਸੀ ਉਹਨਾਂ ਦੇ ਆਣ ਘਰ ਭਾਵ ਸਾਧ ਸੰਗਤ ਵਿੱਚ ਆ ਕੇ ਤੇ ਸਮੱਤ ਲੈ ਕੇ ਇਹਨਾਂ ਪੰਜਾਂ ਵਿਕਾਰਾਂ ਨੂੰ ਮਾਰ ਲਿਆ ਹੈ। ਅਦਲ ਕਰੇ ਵਿਚਾਰੇ। ਉਹ ਨਿਰੰਕਾਰ ਬੜਾ ਵਿਚਾਰਵਾਨ ਗੁਰੂ ਰੂਪ ਹੋ ਕੇ ਅਦਲ ਮੈਨੇ ਇਹਦਾ ਇਨਸਾਫ ਕਰਦਾ ਹੈ, ਕਿਉਂਕਿ ਖੋਟੇ ਤੇ ਖਰੇ ਦੋਏ ਤਰ੍ਹਾਂ ਦੇ ਹਨ। ਉਹਦਾ ਅਦਲ ਕੀ ਹੈ ਕਿ ਖਰੇ ਖਜ਼ਾਨੇ ਪਾਈਆਂ ਖੋਟੇ ਸੱਟੀਆਂ ਬਾਹਰ ਬਾਹਰ। ਇਹ ਨਿਆਂ ਕਰਦਾ ਹੈ, ਜਿਹੜੇ ਖਰੇ ਆ ਉਹਨਾਂ ਨੂੰ ਖਜ਼ਾਨੇ ਵਿੱਚ ਪ੍ਰਵਾਨ ਕਰਦਾ, ਖੋਟੇ ਜਿਹੜੇ ਉਹ ਨਰਕਾਂ ਆਦਿਕਾਂ ਜੂਨੀਆਂ ਟੇਢੀਆਂ ਫੇੜੀਆਂ 'ਚ ਅਨੇਕ ਪ੍ਰਕਾਰ ਦੇ ਦੁੱਖ ਆਦਿਕ ਭੋਗਦੇ ਹਨ। ਨਾਨਕ ਰਾਮ ਨਾਮ ਨਿਸਤਾਰਾ। ਪਾਤਸ਼ਾਹ ਕਹਿੰਦੇ ਜਿਹੜਾ ਪਰਮੇਸ਼ਰ ਰਮਿਆ ਹੋਇਆ ਰਮੰਤੀ ਰਾਮ ਹੈ, ਉਹਦਾ ਨਾਮ ਜਪਣ ਦੇ ਨਾਲ ਜੀਵ ਦਾ ਨਿਸਤਾਰਾ ਹੁੰਦਾ ਹੈ, ਕਲਿਆਣ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਮਤਿ ਮਿਲਹਿ ਪਿਆਰੇ। ਉਹ ਜਿਹੜੇ ਪਿਆਰੇ ਹੈ ਉਹ ਗੁਰੂ ਦੀ ਮੱਤ ਧਾਰਨ ਕਰਕੇ ਉਸ ਨਿਰੰਕਾਰ ਪਰਮੇਸ਼ਰ ਨੂੰ ਮਿਲੇ ਹੈ, ਕਿਉਂਕਿ ਉਹਨਾਂ ਦਾ ਮਿਲਾਪ ਕਦੀ ਟੁੱਟਦਾ ਨਹੀਂ। ਸੱਚਾ ਦੁਨੀਆ ਦੇ ਮਿਲਾਪ ਕਦੀ ਲੱਗ ਗਈ ਕਦੀ ਟੁੱਟ ਗਈ, ਇਹ ਤਾਂ ਝੂਠੇ ਜਰਾਨੇ ਹਨ ਤੇ ਉਹਦਾ ਪਿਆਰ ਪਾਉਣਾ ਹੀ ਔਖਾ, ਜੇ ਪੈ ਜਾਏ ਫਿਰ ਟੁੱਟਦਾ ਨਹੀਂ। ਜਿਵੇਂ ਭਗਤ ਰਵਿਦਾਸ ਸਾਹਿਬ ਕਹਿੰਦੇ ਨਾ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ, ਤੁਮ ਨਾ ਤੋਰੋ ਤਾਂ ਹਮ ਨਹੀਂ ਤੋਰੈ, ਤੁਮ ਸਿਉ ਤੋਰ ਕਬਨ ਸੰਗ ਜੋਰੈ। ਇੱਥੇ ਹੁਣ ਸੰਪਰਦਾਈ ਦੋਏ ਪਾਠ ਹੈ, ਤੁਮ ਨ ਤੋਰੋ ਤਾਂ ਹਮ ਨਹੀਂ ਤੋਰੈ, ਜਾਂ ਤੁਮ ਨਾ ਤੋਰੋ ਤਾਂ ਹਮ ਨਹੀਂ ਤੋਰੈ। ਇਸ ਵਾਸਤੇ ਕਹਿੰਦੇ ਐਸੀ ਪ੍ਰੀਤ ਲੱਗ ਗਈ, ਐਸੀ ਪਿਆਰ ਦੀ ਗੰਢ ਪੈ ਗਈ ਹੈ। ਵਰ ਪਾਇੜਾ ਬਾਲੜੀਏ। ਇਹ ਜੂਬ ਰੂਪੀ ਇਸਤਰੀ ਨੇ ਉਹ ਵਰ ਜਿਹੜਾ ਸ੍ਰੇਸ਼ਟ ਮਾਲਕ ਪਰਮੇਸ਼ਰ ਸੀ ਉਸ ਨੂੰ ਪਾ ਲਿਆ ਹੈ। ਵਰ ਬਨਾਸੀ ਪਾਇਆ ਨਾ ਕਦੇ ਮਰੇ ਨਾ ਜਾਇਆ। ਉੱਥੇ ਰੰਡੇ ਪੈ ਦਾ ਡਰ ਨੇ ਨਾ, ਸੰਸਾਰ ਦੇ ਉੱਤੇ ਤਾਂ ਐਸਾ ਹੋ ਜਾਂਦਾ ਹੈ, ਕਹਿੰਦੇ ਜੀਵਨ ਸਾਥੀ ਹੈ, ਜੀਵਨ ਸਾਥਣਿਆ। ਜੀਵਨ ਦਾ ਕੋਈ ਸਾਥ ਸਦਾ ਨਿਭਾ ਸਕਦਾ? ਜੀਵਨ ਸਾਥੀ ਪਰਮਾਤਮਾ ਹੈ। ਐਸਾ ਵਰ ਜੋ ਸ੍ਰੇਸ਼ਟ ਹੈ ਉਸ ਨੂੰ ਪਾਲ ਪਿਆ। ਨਾ ਬੇਛੋੜਾ ਥੀਵੇ ਬਲਰਾਮ ਜੀਓ, ਮੁੜ ਕੇ ਕਦੀ ਵੀ ਵਿਛੋੜਾ ਨਹੀਂ ਹੁੰਦਾ ਹੈ। ਆਸਾ ਮਨਸਾ ਪੂਰੀ ਰਾਮ। ਆਸਾ ਇਸ ਲੋਕ ਦੀਆਂ ਪਰਲੋਕ ਦੀਆਂ ਮਨਸ਼ਾ ਜਿਹੜੀਆਂ ਸੀਆਂ ਉਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੀਆਂ ਪੂਰੀਆਂ ਹੋ ਗਈਆਂ ਹਨ। ਫਿਰ ਰਾਵੜੀ ਸ਼ਬਦ ਰਲੀ। ਹਾਂ, ਕਹਿੰਦੇ ਫਿਰ ਰਾਵੜੀ ਜਿਹੜਾ ਮਾਲਕ ਪਰਮੇਸ਼ਰ ਸੀ, ਜਦੋਂ ਉਹਨੂੰ ਚੇਤੇ ਕੀਤਾ, ਕਦੋਂ? ਜਦੋਂ ਸ਼ਬਦ ਦੀ ਕਮਾਈ ਕੀਤੀ, ਫਿਰ ਉਹਨਾਂ ਰਲੇਵਾ ਹੋ ਗਿਆ। ਭਾਵ ਜਿਹੜੀ ਅਭੇਦ ਅਵਸਥਾ ਸੀ ਉਹ ਪ੍ਰਾਪਤ ਹੋ ਗਈ ਹੈ। ਰਵ ਰਹਿਆ ਨਹਿ ਦੂਰੀ ਰਾਮ। ਪਰਮਾਤਮਾ ਤਾਂ ਸਾਰੀਆਂ ਜਗ੍ਹਾ 'ਚ ਵਿਆਪਕ ਹੋ ਰਿਹਾ, ਦੂਰ ਨਹੀਂ ਹੈ। ਅਗਿਆਨਤਾ ਕਰਕੇ ਦੂਰ ਆ। ਜਦੋਂ ਗਿਆਨ ਅਵਸਥਾ ਹੋ ਗਈ ਫਿਰ ਉਹ ਕੋਈ ਦੂਰ ਨਹੀਂ।
ਭਗਤ ਜੀ ਨੂੰ ਪੁੱਛਿਆ ਸੀ ਪਰਮਾਤਮਾ ਬਾਰੇ ਦੱਸੋ। ਕੋਈ ਕਹਿੰਦਾ ਨੇੜੇ ਆ, ਕੋਈ ਕਹਿੰਦਾ ਦੂਰ ਆ। ਤੇ ਭਗਤ ਜੀ ਨੇ ਬੜੀ ਤਾੜਨਾ ਕਰਕੇ ਕਿਹਾ ਸੀ ਨਾ, ਕੋਈ ਬੋਲਿਆ ਨਿਰਵਾ, ਕੋਈ ਕਹਿੰਦਾ ਨੇੜੇ ਆ, ਕੋਈ ਬੋਲਿਆ ਦੂਰ, ਕੋਈ ਕਹਿ ਰਿਹਾ ਦੂਰ ਆ। ਕਹਿੰਦੇ ਇਹਨਾਂ ਦਾ ਕਹਿਣਾ ਇਸ ਤਰ੍ਹਾਂ ਝੂਠਾ ਹੈ, ਜਲ ਕੀ ਮਛਲੀ ਚੜ੍ਹੈ ਖਜੂਰ। ਕੋਈ ਬੰਦਾ ਕਹੇ ਜਿਹੜੀ ਪਾਣੀ 'ਚ ਰਹਿਣ ਵਾਲੀ ਮੱਛੀ ਖਜੂਰ 'ਤੇ ਚੜ੍ਹ ਗਈ, ਇਹ ਗੱਲ ਝੂਠੀ ਹੈ ਨਾ। ਤੇ ਖਜੂਰ 'ਤੇ ਕਿਵੇਂ ਚੜ੍ਹ ਗਈ? ਗਾਪਿਆ। ਤੇ ਫਿਰ ਉਹ ਬੜੀ ਤਾੜਨਾ ਕਰਕੇ ਕਹਿ ਰਹੇ, ਕਾਹੇ ਰੇ ਬਕਵਾਦ ਲਾਇਓ, ਕਾਹਦੇ ਵਾਸਤੇ ਦੁਨੀਆ ਦੇ ਲੋਕੋ ਬਕਵਾਸ ਕਰਦੇ ਹੋ। ਜਿਨ ਹਰ ਪਾਇਓ ਤਿਨੈ ਛੁਪਾਇਓ। ਜਿਨ੍ਹਾਂ ਨੇ ਪਰਮੇਸ਼ਰ ਪਾ ਲਿਆ ਉਹ ਤਾਂ ਫਿਰ ਆਪਣਾ ਛੁਪਾਉਂਦੇ, ਉਹ ਦਿਖਾਵਾ ਥੋੜ੍ਹੀ ਕਰਦੇ ਆ, ਉਹ ਪਰਪੰਚੀ ਲੀਲਾ ਨਹੀਂ ਕਰਦੇ। ਕਿਉਂਕਿ ਜਿਹੜੀ ਅਸਲੀਅਤ ਹੁੰਦੀ ਹੈ ਉਹਨੂੰ ਦਿਖਾਵਾ ਕਰਨ ਦੀ ਲੋੜ ਨਹੀਂ। ਅਤੇ ਜਿਹੜੀ ਆਪਣੇ ਸਾਧ ਸੰਗਤ 'ਚ ਗਲਟ ਗੁਲਟ ਹੁੰਦਾ ਉਹ ਦਿਖਾਵਾ ਕਰਦੇ ਨਾ, ਉੱਥੇ ਪੋਲਿਸ਼ ਹੀ ਫੇਰੀ ਹੁੰਦੀ ਸੋਨੇ ਦੀ। ਅਤੇ ਜਿਹੜਾ ਅਸਲੀ ਸੋਨਾ ਉਹਨੂੰ ਦਿਖਾਵਾ ਕਰਨ ਦੀ ਕੀ ਲੋੜ ਹੈ। ਇਸ ਤਰ੍ਹਾਂ ਜਿਹੜਾ ਆਮ ਬੰਦਾ ਜਿਹਦੇ ਅੰਦਰ ਕੋਈ ਕੂੜ ਹੋਵੇ ਉਹ ਬਹੁਤ ਪਰਪੰਚ ਜਾ ਕਰਕੇ ਦਿਖਾਏਗਾ। ਇਸ ਵਾਸਤੇ ਹੁਣ ਆ ਦੇਖੋ, ਆਮ ਕਈ ਲੋਕ ਆ, ਉਹ ਗੇਰੂ ਕੋਲਿਆ ਕੱਪੜੇ ਜਿਹੇ ਪਾ ਲੈ, ਪਗਵੇਂ ਪਾ ਲੈ, ਉਹ ਸੰਤ ਤੇ ਹੁੰਦੇ ਨੇ। ਅਤੇ ਉਹ ਸਿਰਫ 2 ਪੈਸਿਆਂ ਦਾ ਗੇਰੂ ਘੋਲਿਆ ਅਤੇ ਚਲੋ ਬਾਬਾ ਜੀ ਬਣ ਗਏ। ਅਤੇ ਉਹ ਤਾਂ ਫਿਰ 2 ਪੈਸਿਆਂ ਦਾ ਹੀ ਹੈ ਨਾ। ਪਰ ਜਿਹੜਾ ਕਮਾਈ ਵਾਲੀ ਗੱਲ ਹੋਏ ਕੋਈ ਵੱਖਰੀ ਚੀਜ਼ ਹੈਗੀ ਹੈ। ਇਸ ਵਾਸਤੇ ਉੱਥੇ ਕਹਿੰਦੇ ਫਿਰ ਦਿਖਾਵੇ ਵਾਲੀ ਗੱਲ ਨਹੀਂ, ਪਰਪੰਚੀ ਲੀਲਾ ਨਹੀਂ ਰਹਿੰਦੀ। ਉੱਥੇ ਤਾਂ ਫਿਰ ਨਿਰੋਲ ਸ਼ੁੱਧ ਪਵਿੱਤਰਤਾ ਆ ਜਾਂਦੀ ਹੈ। ਪ੍ਰਭ ਦੂਰ ਨ ਹੋਈ, ਘਟ ਘਟ ਸੋਈ। ਪ੍ਰਭੂ ਉਹਨਾਂ ਤੋਂ ਦੂਰ ਨਹੀਂ ਹੁੰਦਾ। ਘਟਾਂ ਘਟਾਂ ਵਿੱਚ ਉਹੀ ਨਿਰੰਕਾਰ ਪਰਮੇਸ਼ਰ ਵਿਆਪਕ ਸਰੂਪ ਉਸ ਨੂੰ ਜਰਰੇ ਜਰਰੇ ਵਿੱਚ ਹਰ ਜਗ੍ਹਾ ਦੇਖਦੇ ਹੈ। ਉਸ ਤੋਂ ਭਿੰਨ ਕੁਝ ਹੈ ਹੀ ਨਹੀਂ। ਉਹ ਵਿਆਪਕ ਸਰੂਪ ਹੈ, ਪ੍ਰਛਿੰਨ ਨਹੀਂ, ਇੱਕ ਦੇਸੀ ਨਹੀਂ, ਸਰਵਦੇਸ਼ੀ ਹੈ। ਇਸ ਕੀ ਨਾਰ ਸਬਾਈ। ਹਾਂ, ਉਸ ਮਾਲਕ ਪਰਮੇਸ਼ਰ ਦੀ ਜੀਵ ਰੂਪੀ ਇਸਤਰੀ ਆਪਣੇ ਆਪ ਨੂੰ ਆਪਣਾ ਉਹਦੀ ਦਾਸੀ ਸਮਝਦੀ ਹੈ। ਆਪੇ ਰਸੀਆ ਆਪੇ ਰਾਵੇ। ਆਪੇ ਉਹ ਸਾਰੇ ਰਸਾਂ ਨੂੰ ਪੈਦਾ ਕਰਨ ਵਾਲਾ, ਰਸ ਲੈਣ ਵਾਲਾ, ਆਪੇ ਸਾਰਿਆਂ ਦੇ ਆਨੰਦ ਨੂੰ ਭੋਗਣ ਵਾਲਾ ਹੈ। ਜਿਉ ਤਿਸ ਦੀ ਵਡਿਆਈ। ਹਾਂ, ਜਿਵੇਂ ਉਸ ਦੀ ਵਡਿਆਈ ਹੈ। ਉਹ ਬਰਕਤ ਦਾ ਮਾਲਕ ਆਪੇ ਹੀ ਹੈ ਨਾ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ। ਤੇਰਾ ਅੰਤ ਨਾ ਪਾਇਆ ਸਵਰਗ ਮੱਛ ਪਿਆਲ ਜਿਉ। ਉਹਦਾ ਅੰਤ ਨਾ ਪਾਇਆ ਹੀ ਨਹੀਂ ਜਾਂਦਾ। ਜੋਗੀਆਂ 'ਚ ਜੋਗੀ ਵੀ ਹੈ ਅਤੇ ਸਾਰਿਆਂ ਵਿੱਚ ਉਹ ਸਾਰੀ ਲੀਲਾ ਰਚਾਉਣ ਵਾਲਾ ਵੀ ਆਪ ਹੀ ਹੈ। ਅਮਰ ਅਡੋਲ ਅਮੋਲ ਅਪਾਰਾ। ਮੌਤ ਤੋਂ ਰਹਿਤ ਹੈ, ਅਡੋਲ ਡੋਲਣ ਤੋਂ ਰਹਿਤ ਹੈ, ਅਪਾਰਾ ਉਹਦਾ ਪਾਰਾਵਾਰ ਨਹੀਂ ਪਾਇਆ ਜਾਂਦਾ। ਬਾਕੀ ਦਾ ਕਿਨਾਰੇ ਜਿਹਾ ਹੈਗੇ ਆ ਨਾ। ਹੁਣ ਉਰਲੇ ਪਾਸੇ ਨੂੰ ਕਹਿੰਦੇ ਔਰਾਰ, ਪਰਲੇ ਨੂੰ ਪਾਰ। ਜੇ ਉੱਧਰ ਚੱਲ ਜਾਓ ਉਹ ਕਹਿਣਗੇ ਇਹ ਅਰਾਰ ਆ, ਇਹ ਪਰਲਾ ਪਾਰ ਆ। ਪਰ ਅਪਾਰਾ ਕਿਹਾ ਉਹ ਕਿਨਾਰਿਆਂ ਵਿੱਚ ਨਹੀਂ ਨਾ ਸੀਮਤ ਹੈਗਾ। ਇਸ ਕਰਕੇ ਉਹ ਕਿਨਾਰਿਆਂ ਕਨੂਰਿਆਂ 'ਚ ਨਹੀਂ ਆਉਂਦਾ। ਇਸ ਵਾਸਤੇ ਉਹਨੂੰ ਅਪਾਰਾ ਕਿਹਾ, ਉਹਦਾ ਪਾਰਾਵਾਰ ਨਹੀਂ ਪਾਇਆ ਜਾਂਦਾ ਹੈ। ਗੁਰ ਪੂਰੈ ਸੱਚ ਪਾਈਐ। ਇਹ ਸੱਚ ਸਰੂਪੀ ਜਾਂ ਯਥਾਰਥ ਗਿਆਨ ਹੈ। ਇਹ ਪੂਰੇ ਗੁਰੂ ਤੋਂ ਪਾਇਆ ਜਾਂਦਾ। ਜਿਹੜਾ ਅਧੂਰਾ ਗੁਰੂ ਆ ਉਹ ਅਸਲੀਅਤ ਦਾ ਗਿਆਨ ਨਹੀਂ ਨਾ ਦੇ ਸਕਦਾ। ਜਿੰਨੀ ਕੁ ਬੁੱਧੀ ਆ ਉਨੀ ਕੁ ਗਲਤ ਦੱਸ ਦਊਗਾ। ਅਤੇ ਮੁਕੰਮਲ ਗਿਆਨ ਕਿਵੇਂ ਦੇਵੇਗਾ? ਮੁਕੰਮਲ ਗਿਆਨ ਤਾਂ ਪੂਰੇ ਸਤਿਗੁਰੂ ਤੋਂ ਪਾਇਆ ਜਾਂਦਾ। ਉਹ ਜਿਸ ਤਰ੍ਹਾਂ ਸਾਧ ਸੰਗਤ ਜੀ, ਉਹ ਕੋਈ ਅੰਧਾ ਸੀ ਅਤੇ ਦੂਆ ਅੰਧਾ, ਉਹ ਕਹਿੰਦਾ ਮੈਨੂੰ ਰਸਤਾ ਦੱਸ ਦੇ। ਕਿਉਂਕਿ ਜਿੱਥੇ ਰਹਿੰਦੇ ਹੁੰਦੇ ਉਹਨਾਂ ਨੂੰ ਅਟਕਲ ਹੁੰਦੀ, ਗਿਆਨ ਹੁੰਦਾ ਨਾ। ਕਹਿੰਦਾ ਮੈਂ ਤੈਨੂੰ ਇੰਨੇ ਪੈਸੇ ਦਿਆਂਗਾ, ਸਹੀ ਰਸਤਾ। ਉਹ ਪੈਸੇ ਦਾ ਲਾਲਚ ਚਲੇ ਗਿਆ ਜਿੱਥੇ ਕੁ ਤੱਕ ਉਹਨੂੰ ਨੌਲੇਜ ਸੀ। ਕਹਿੰਦਾ ਵਾ ਹੁਣ ਸਿੱਧਾ ਹੀ ਤੁਰਿਆ ਜੀ, ਨੱਕ ਦੀ ਸਿੱਧੇ ਇਹੀ ਰਾਹ ਆ। ਉਹ ਵਿਚਾਰਾ ਤੁਰਿਆ ਗਿਆ, ਅੱਗੇ ਬੋੜਾ ਖੂਹ ਸੀ, ਉਹਦੇ ਵਿੱਚ ਡਿੱਗ ਪਿਆ। ਅੰਧਾ ਖੂਹਾ, ਅੰਧੇ ਠੇਲੇ। ਕਹਿੰਦੇ ਅੰਧੇ ਨੇ ਆਪਣੀ ਜਾਤ ਬਰਾਦਰੀ ਦੇ ਭਰਾ ਦੀ ਵੀ ਲਿਹਾਜ਼ ਨਹੀਂ ਕੀਤੀ। ਮਾਇਆ ਦੇ ਲਾਲਚ ਮੈਨੂੰ ਕਿੱਥੇ ਸੁੱਟਿਆ। ਇਸ ਤਰ੍ਹਾਂ ਜਿਹੜਾ ਅਧੂਰਾ ਗੁਰੂ ਆ ਉਹਦੀ ਇਹ ਹਾਲਤ ਹੁੰਦੀ ਹੈ। ਤਾਂ ਹੀ ਮਹਾਰਾਜ ਨੇ ਕਿਹਾ ਕਾਚੇ ਗੁਰ ਤੇ ਮੁਕਤ ਨਾ। ਕੱਚੇ ਗੁਰੂ ਤੋਂ ਮੁਕਤੀ ਨਹੀਂ ਨਾ ਹੁੰਦੀ। ਇਸ ਕਰਕੇ ਫਿਰ ਪੂਰੇ ਦੀ ਗੱਲ ਆ। ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ।
ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਗਾਓ। ਇਸ ਵਾਸਤੇ ਮਹਾਰਾਜ ਕਿਰਪਾ ਕਰਦੇ ਹਨ। ਨਾਨਕ ਆਪੇ ਜੋਗ ਸੁਜੋਗੀ। ਉਹ ਮਹਾਰਾਜ ਸੱਚਾ ਪਾਤਸ਼ਾਹ ਜੋਗ ਜੋੜਨ ਦੀ ਜੁਗਤੀ ਦੇਣੇ ਵਾਲਾ, ਸੰਜੋਗ ਮਿਲਾਪਣ ਕਰਨ ਵਾਲਾ ਆਪੇ ਹੀ ਹੈ। ਹੁਣ ਭਾਈ ਲਾਲੋ ਨੇ ਤਾਂ ਕੋਈ ਸੁਨੇਹਾ ਨਹੀਂ ਭੇਜਿਆ, ਆਪੇ ਜੋਗ ਬਣਾਇਆ ਨਾ, ਸੰਜੋਗ। ਕਿਉਂਕਿ ਇੱਕ ਹੁੰਦਾ ਵਿਜੋਗ, ਇੱਕ ਹੁੰਦਾ ਅਦਯੋਗ, ਇੱਕ ਹੁੰਦਾ ਜੋਗ ਤੇ ਇੱਕ ਹੁੰਦਾ ਸੰਜੋਗ। ਵਿਜੋਗ ਹੁੰਦਾ ਵਿਛੋੜਾ, ਵਿਛੋੜਾ ਦੂਰ ਕਰਨ ਲਈ ਅਦਯੋਗ ਉਦਮ ਕਰਨਾ ਪੈਂਦਾ ਕਈ ਵਾਰੀ। ਤੇ ਫਿਰ ਜੋਗ ਜੋੜਨ ਦਾ ਤਰੀਕਾ ਕਿਸ ਤਰ੍ਹਾਂ ਜੁੜੇ, ਫਿਰ ਸੰਜੋਗ ਮਿਲਾਪ ਦਾ ਸਮਾਂ ਮਹਾਰਾਜ ਬਖਸ਼ ਦਿੰਦੇ। ਇਹਦਾ ਮਤਲਬ ਇਹ ਨਹੀਂ ਕਿ ਲਾ ਲਓ ਭਾਵੇਂ ਸਰੀਰ ਕਰਕੇ ਨਹੀਂ ਸੀ ਮਿਲੇ, ਪਰ ਉਹ ਭਜਨ ਸਿਮਰਨ ਕਰਦੇ ਸੀ, ਅੰਦਰੋਂ ਅਰਦਾਸਾਂ ਕਰਦੇ ਸੀ ਕਿ ਮਹਾਰਾਜ ਮੈਨੂੰ ਦਰਸ਼ਨ ਦੇਣ। ਮਹਾਰਾਜ ਅੰਤਰਜਾਮੀ ਸੀ, ਉਹਦੀ ਭਾਵਨਾ ਨੂੰ ਵੇਖ ਕੇ ਹੀ ਪਾਤਸ਼ਾਹ ਗਏ। ਭਾਵੇਂ ਦੁਨਿਆਵੀ ਤੌਰ 'ਤੇ ਦਾ ਸੁਨੇਹਾ ਨਹੀਂ ਭੇਜਿਆ, ਪਰ ਅੰਦਰੋਂ ਖਿੱਚ ਸੀ। ਉਧਰ ਮਲਕ ਭਾਗੋ ਸੰਦੇਸ਼ ਭੇਜ ਰਿਹਾ, ਮੇਰੇ ਬ੍ਰਹਮ ਭੋਜ, ਉਹਦੇ ਜਾਂਦੇ ਨਹੀਂ। ਉਹ ਫਿਰ ਹੱਠ ਨਾਲ ਸਿਪਾਹੀ ਭੇਜਦਾ, ਫਿਰ ਲਿਆਓ ਉਹਨਾਂ ਨੂੰ। ਉਹ ਕਹਿੰਦੇ ਸਾਨੂੰ ਨਾ ਲਿਜਾਓ ਤੇ ਚੰਗਾ ਕੰਮ ਰਹੂਗਾ। ਉਹ ਹਟੇ ਨਾ, ਤੇ ਫਿਰ ਉਹ ਜਿਹੜੇ ਉਹਦੇ ਪੂੜੇ ਬੜੇ ਜਿਹਾ ਲੈ ਇੱਧਰ ਉਹਦਾ ਕੋਧਰੇ ਦਾ ਜਦੋਂ ਨਿਚੋੜ ਕੇ ਦਿਖਾਇਆ ਲਹੂ ਤੇ ਦੁੱਧ, ਧਰਤੀ ਵੇਲ ਨਾ ਦੇਵੇ। ਮਹਾਰਾਜ ਕਹਿੰਦੇ ਅਸੀਂ ਤੈਨੂੰ ਕਿਹਾ ਤੂੰ ਸਾਨੂੰ ਨਾ ਲਿਜਾ, ਤੇਰਾ ਪੜਦਾ ਕੱਜਿਆ ਰਹੂਗਾ, ਤੂੰ ਹਟਿਆ ਨਹੀਂ ਹੁਣ। ਸੋ ਇਸ ਵਾਸਤੇ ਉਹ ਆਪ ਹੀ ਜੋੜਨ ਦਾ ਸੰਜੋਗ ਮਿਲਾਪ ਦਾ ਸਮਾਂ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹਨ। ਨਦਰ ਕਰੇ ਲਿਵ ਲਾਈਐ। ਇਹਦੇ ਤੇ ਮਿਹਰ ਕਰ ਦਿੰਦੇ ਹਨ, ਉਹਦੀ ਲਿਵ ਬਿਰਤੀ ਲਾ ਦਿੰਦੇ। ਸਾਈਂ ਬੁੱਢਣ ਸ਼ਾਹ ਜਦੋਂ ਮਹਾਰਾਜ ਗਏ ਕੀਰਤਪੁਰ ਸਾਹਿਬ, ਚਾਰ ਕਬਰਸਤਾਨ ਹੈ ਨਾ ਮਹਾਰਾਜ, ਜਿੱਥੇ ਚਰਨ ਪਾਏ, ਸਾਈਂ ਜੀ ਆਏ। ਕਹਿਣ ਲੱਗੇ ਸਾਈਂ ਜੀ ਬੜੀ ਲੰਮੀ ਉਮਰ ਸੀ, ਤੇ ਉਹਦੀਆਂ ਬੱਕਰੀਆਂ ਨੂੰ ਸ਼ੇਰ ਚਾਰਦਾ ਹੁੰਦਾ ਸੀ, ਤੇ ਲੋਕ ਬੜਾ ਹੈਰਾਨ ਹੁੰਦੇ ਸੀ। ਕਮਾਲ ਦੀ ਗੱਲ ਹੈ, ਕਿਉਂਕਿ ਭਜਨ ਸਿਮਰਨ ਦੇ ਪ੍ਰਭਾਵ ਨਾਲ ਜਾਨਵਰ ਵੀ ਆਪਣਾ ਵਿਰੋਧੀ ਭਾਵ ਤਿਆਗ ਦਿੰਦੇ ਨੇ। ਕਹਿੰਦੇ ਸਾਈਂ ਜੀ ਸੁਣਾਓ, ਰਿੱਧੀਆਂ ਸਿੱਧੀਆਂ ਦਾ ਬੇਅੰਤ ਆ, ਪਰਮ ਪਦ ਦੀ ਪ੍ਰਾਪਤੀ ਹੋਈ ਹੈ। ਸਾਈਂ ਜੀ ਦੇ ਅੱਖਾਂ 'ਚ ਅਥਰੂ ਆ ਗਏ। ਕਹਿੰਦੇ ਮਹਾਰਾਜ ਹੁਣ ਤੁਸੀਂ ਆ ਗਏ, ਹੁਣ ਕੀ ਕਸਰ ਰਹੂਗੀ? ਗੱਜ ਕੇ ਬੋਲੋ ਸ੍ਰੀ ਵਾਹਿਗੁਰੂ ਜੀ। ਹੁਣ ਆਪ ਦੇ ਦਰਸ਼ਨ ਹੋ ਗਏ, ਹੁਣ ਪਰਮ ਪਦ ਦੀ ਕੋਈ ਕਸਰ ਰਹੇਗੀ? ਤੇ ਮਹਾਰਾਜ ਨੇ ਫਿਰ ਮਿਹਰ ਕੀਤੀ ਤੇ ਉਹ ਮਜਲ ਬਖਸ਼ ਦਿੱਤੀ। ਫਿਰ ਸ਼ਰਧਾ ਦੇ ਵਿੱਚ ਸਾਈਂ ਸਾਹਿਬ ਦੁੱਧ ਲੈ ਕੇ ਹਾਜ਼ਰ ਹੋਏ। ਕਹਿੰਦੇ ਸਾਈਂ ਸਾਹਿਬ ਹੁਣ ਛੇਵੇਂ ਜਾਮੇ ਕਿਰਪਾ ਕਰਾਂਗੇ। ਕਹਿੰਦੇ ਮਹਾਰਾਜ ਇੰਨੀ ਉਮਰ, ਕਹਿੰਦੇ ਜਿੱਥੇ ਅੱਗੇ ਇੰਨੇ ਚਿਰ ਦੇ ਹੋਰ ਬਖਸ਼ ਦਿੰਦੇ ਆ। ਕਿ ਫਿਰ ਮਹਾਰਾਜ ਨੇ ਮਿਹਰ ਕੀਤੀ ਕਿ ਨਹੀਂ। ਇਸ ਤਰ੍ਹਾਂ ਯਕੂਬ ਤੇ ਜਲਾਲਦੀਨ ਨਾਨਕ ਹੀਰੇ ਦੋ ਪੀਰ ਸੀ। ਉਹਨੇ ਸੁਣਿਆ ਵੀ ਮਹਾਰਾਜ ਦੇ ਚਰਨਾਂ ਦੀ ਮੱਕੇ ਨੇ ਵੀ ਪ੍ਰਕਰਮਾ ਕੀਤੀ। ਪਹਿਲਾਂ ਉਹ ਹੱਜ ਵਾਸਤੇ ਤਿਆਰ ਸੀ, ਕਹਿੰਦੇ ਹੁਣ ਫਿਰ ਹੱਜ ਕਰਨ ਕੀ ਜਾਣਾ, ਹੁਣ ਤਾਂ ਉਹਦਾ ਹੱਜ ਕਰਾਂਗੇ ਜਿਹਦੇ ਚਰਨਾਂ ਦੀ ਪ੍ਰਕਰਮਾ ਕੀਤੀ ਹੈ ਕਾਬੇ ਨੇ। ਉਹ ਹੁਣ ਚੇਤੇ ਕਰਦੇ ਸੀ। ਤੇ ਮਹਾਰਾਜ ਨੀਚੇ ਤੇ ਉਧਰ ਅੰਮ੍ਰਿਤ ਵੇਲੇ ਰਵਾਬ ਵੱਜਿਆ ਕੀਰਤਨ। ਉਹਨਾਂ ਵਿੱਚ ਇਹ ਕਹਿੰਦੇ ਸਰੋਦ ਬੰਦ ਕਰੋ, ਸੁਣਦੇ ਨਹੀਂ ਹੋਏ। ਤੇ ਇੱਕ ਨੂੰ ਭੇਜਿਆ ਵੀ ਕੌਣ ਆਵਾਜ਼ ਦੇ ਰਿਹਾ। ਜਿਲੇ ਗਿਆ ਤਾਂ ਬਸ ਉੱਥੇ ਮਸਤ ਹੋ ਗਿਆ। ਫਿਰ ਆਪ ਗਿਆ, ਮੁੜਿਆ ਹੀ ਨਹੀਂ ਆਪ ਵੀ। ਮਹਾਰਾਜ ਨੇ ਕਿਹਾ ਵੀ ਮੁਹੰਮਦ ਸਾਹਿਬ ਨੇ ਸਰੋਦ ਜਿਹੜੀ ਆਸ਼ਕੀ ਮਸ਼ੂਕੀ ਦੀ ਹੈ ਉਹ ਬੰਦ ਕੀਤੀ ਹੈ। ਜਿਹੜਾ ਹਕੀਕੀ ਇਸ਼ਕ ਹੈ ਪਰਮਾਤਮਾ ਨਾਲ ਜੋੜਨ ਵਾਲਾ, ਉਸ ਸਰੋਦ ਕੀਰਤਨ ਨੂੰ ਬੰਦ ਨਹੀਂ ਕੀਤਾ। ਫਿਰ ਯਕੂਬ ਔਰ ਜਲਾਲਦੀਨ ਦੇ ਉੱਤੇ ਮਹਾਰਾਜ ਨੇ ਕਿਰਪਾ ਕੀਤੀ। ਸੰਗਤ ਵੀ ਬਹੁਤ ਆ ਗਈ, ਉਹਦੇ ਚੇਲੇ ਚਾੜੜੇ ਵੀ। ਕਹਿੰਦੇ ਮਹਾਰਾਜ ਪਾਣੀ ਇੱਥੇ ਖਾਰਾ ਹੈ, ਮਿੱਠੇ ਜਲ ਦਾ ਚਸ਼ਮਾ ਬਖਸ਼ੋ। ਮਹਾਰਾਜ ਪਹਾੜੀ 'ਤੇ ਖੜੇ ਸੀ, ਆਪਣਾ ਚਰਨ ਛੁਆਇਆ, ਉੱਥੋਂ ਫਿਰ ਮਿੱਠੇ ਜਲ ਦਾ ਚਸ਼ਮਾ ਫੁੱਟਿਆ। ਉਸ ਦਾ ਨਾਮ ਹੈ ਨਾਨਕ ਝੀਰਾ।
ਗਜ ਕੇ ਬਲੋਸ। ਸ੍ਰੀ ਵਾਹਿਗੁਰੂ ਜੀ। ਅੱਜ ਵੀ ਉਹ ਦਿਨ ਰਾਤ ਪ੍ਰਭਾ ਵਗ ਰਿਹਾ ਹੈ। ਸੰਗਤਾਂ ਦਰਸ਼ਨ ਕਰਦੀਆਂ, ਅੰਮ੍ਰਿਤ ਜਲ ਛਕਦੀਆਂ, ਇਸ਼ਨਾਨ ਕਰਦੀਆਂ। ਡਾਕਟਰਾਂ ਨੇ ਇਹ ਗੱਲ ਸਿੱਧ ਕੀਤੀ ਹੈ, ਇਹ ਜਲ ਪੀਣਾ ਟੀਬੀ ਦਾ ਰੋਗ ਨਹੀਂ ਰਹਿੰਦਾ। ਉਹ ਜਲ ਵਿੱਚ, ਕਿਉਂਕਿ ਬਰਕਤ ਤੇ ਮਹਾਰਾਜ ਦੀ ਆਪਣੀ ਆ, ਉਹ ਕਿਤੇ ਵੀ ਰੱਖ ਦੇਣ, ਚਾਹੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਵਿੱਚ ਰੱਖ ਦੇਣ, ਚਾਹੇ ਗੁਰੂ ਕੇ ਲਾਹੌਰ ਤ੍ਰਿਵੇਣੀ ਪੈਦਾ ਕੀਤੀ ਉੱਥੇ ਰੱਖ ਦੇਣ, ਚਾਹੇ ਨਾਨਕ ਝੀਰੇ ਰੱਖ ਦੇਣ। ਉਹ ਤਾਂ ਬਰਕਤ ਦਾ ਜਿਹੜਾ ਮਾਲਕ ਆ, ਉਸ ਦੀ ਆਪਣੀ ਕਿਰਪਾ ਵਿੱਚ ਇਹ ਸਾਰਾ ਕੁਝ ਹੁੰਦਾ ਹੈ। ਇਸ ਵਾਸਤੇ ਚਾਹੇ ਨੇਤਰਾਂ ਦੀ ਦ੍ਰਿਸ਼ਟੀ ਪਾ ਦੇਣ, ਹਸਤ ਕਮਲ ਨਾਲ ਆਸ਼ੀਰਵਾਦ ਦੇ ਦੇਣ, ਚਰਨ ਛੁਹਾ ਦੇਣ, ਇਹ ਉਹਨਾਂ ਦੀ ਆਪਣੀ ਮੌਜ ਹੈ। ਸਮਰੱਥ ਪੁਰਸ਼ ਜੋ ਚਾਹੁਣ ਉਹ ਕਰ ਕਰਾ ਸਕਦੇ ਹਨ। ਪੇਰ ਉਚੜੀਐ ਮਾੜੜੀਐ। ਪੇੜ ਉਚੜੜੀ ਹੈ ਕਿਉਂਕਿ ਉਹ ਜਿਹੜਾ ਪਿਰ ਮਾਲਕ ਹੈ, ਮਾੜੀ ਨਾਮ ਹੁੰਦਾ ਮਹਿਲ ਦਾ, ਉਹ ਉੱਚੇ ਮਹਿਲ ਦਾ ਮਾਲਕ ਹੈ। ਇਹੋ ਲੋਆ ਸਿਰ ਤਾਜਾ ਰਾਮ। ਤਿੰਨਾਂ ਲੋਕਾਂ ਦਾ ਉਹ ਸਰਤਾਜ ਸ਼੍ਰੋਮਣੀ। ਅੱਜ ਤਾਂ ਬਹੁਤ ਸਰਤਾਜ ਬਣੀ ਫਿਰਦੇ ਨੇ, ਸਾਡੇ ਸਿਰ ਦਾ ਤਾਜ ਹੈ, ਪਰ ਇਹਨਾਂ ਦੇ ਤਾਜ ਲੈਂਦਿਆਂ ਪਤਾ ਲੱਗਦਾ। ਕੋਈ ਇੱਕ ਫਕੀਰ ਬੈਠਾ ਸੀ, ਮਹਾਂਪੁਰਖ ਸਿਕੰਦਰ ਜਦੋਂ ਇੱਧਰ ਆਇਆ ਤੇ ਉਹਨਾਂ ਨੂੰ ਦੱਸਿਆ, ਮਹਾਰਾਜ ਇੱਥੇ ਨੇੜੇ ਇੱਕ ਮਹਾਂਪੁਰਖ ਹੈਗੇ ਆ, ਬੜੇ ਬੇਪਰਵਾਹ। ਕਹਿੰਦੇ ਬੁਲਾਓ। ਬੁਲਾਇਆ, ਆਏ ਨਾ, ਜ਼ਿਆਦਾ ਬੰਦੇ ਭੇਜੇ ਵੇ ਸ਼ਾਇਦ ਮਾਣ ਦੁਆਰਾ, ਫੇਰ ਨਾ ਫਿਰ ਆਪ ਗਿਆ। ਕਹਿਣ ਲੱਗੇ, ਮਹਾਰਾਜ ਕੋਈ ਸੇਵਾ ਬਖਸ਼ੋ। ਕਹਿੰਦੇ ਸੇਵਾ ਕੀ ਕਰਨੀ ਹੈ, ਮੈਂ ਠੰਡ ਸੀ, ਧੁੱਪ ਸੇਕ ਰਿਹਾ ਸੀ, ਤੂੰ ਆ ਕੇ ਮੈਨੂੰ ਛਾਂ ਕਰਤੀ ਹੈ, ਤੈਨੂੰ ਸੂਰਜ ਦਾ ਨਿੱਘ ਵੀ ਖੋਲਿਆ। ਉਹ ਕਹਿਣ ਲੱਗੇ, ਤੂੰ ਕੌਣ ਹੈ? ਕਹਿੰਦੇ ਮੈਂ ਸਿਕੰਦਰ ਹਾਂ। ਕਹਿਣ ਲੱਗੇ, ਤੂੰ ਕਿਵੇਂ ਹੈ, ਕਿੱਥੋਂ ਆਇਆ? ਕਹਿੰਦੇ ਜਨਾਨ ਚੋਂ। ਕਹਿੰਦੇ ਤੂੰ ਕਿੰਨੇ ਮਣ ਰੋਜ਼ ਭੋਜਨ ਖਾਨਾ? ਕਹਿੰਦੇ ਮਣ ਮਾਰਾ ਕੌਣ ਖਾਂਦਾ, 5-7 ਪ੍ਰਸ਼ਾਦੇ ਹੁੰਦੇ ਆ। ਕਹਿੰਦੇ ਉੱਥੇ ਨਾ ਮਿਲੇ। ਔਰ ਕਿੰਨੇ ਗਜ ਥਾਨ ਪਹਿਨਦਾ ਰੋਜ਼ ਕੱਪੜੇ? ਮਾਰਾ ਥਾਨ ਥੁਣ ਕਾਹਦੇ, 5-7 ਮੀਟਰ ਦਾ ਸੂਟ ਬਣ ਜਾਂਦਾ। ਕਹਿੰਦੇ ਫਿਰ ਤੂੰ ਸੌਣ ਵਾਸਤੇ ਕਿੰਨੇ ਕੁ ਮੀਲ ਦਾ ਤੈਨੂੰ ਪਲੰਘ ਚਾਹੀਦਾ? ਮਾਰਾ ਉਹ ਕਿਹੜਾ, ਉਹ ਤਾਂ 3.5 ਹੱਥ ਜਗ੍ਹਾ ਹੀ ਹੁੰਦੀ ਹੈ। ਹਾਂਜੀ। ਕਹਿੰਦੇ ਫੇਰ ਆ ਕਿੰਨੀਆਂ ਲੜਕੀਆਂ ਵਿਧਵਾ ਕੀਤੀਆਂ, ਕਿੰਨੇ ਬੱਚੇ ਯਤੀਮ ਕੀਤੇ ਆ, ਕਿੰਨਾ ਖੂਨ ਖਰਾਬਾ ਕੀਤਾ। ਹੁਣ ਆਹ ਕਿਲੇ ਬਣਾਵਾਂਗਾ, ਖਾਈ ਕੁੱਟਾਂਗਾ, ਪਹਿਰੇਦਾਰ ਜਾਲ ਖਿਲਾਰਾਂਗਾ, ਫਿਰ ਸੁੱਖ ਦੀ ਨੀਂਦ। ਕਹਿੰਦੇ ਜੇ ਅਡੰਬਰ ਨਾ ਕਰਦਾ ਫਿਰ ਤਾਂ ਨੀਂਦ ਸੁੱਖ ਦੀ ਸੀ। ਇੰਨਾ ਸਿਆਪਾ ਪਾਇਆ ਤੇ ਹੁਣ ਤਾਂ ਹੀ ਆ ਬੋਡੀਗਾਰਡਾਂ ਦੀ ਲੋੜ ਪਈ। ਬਸ ਜਿੱਲੇ ਗੱਲ ਗਈ, ਖਾਨਿਓ ਗਈ, ਦਿਮਾਗ ਵਿੱਚ ਪੈ ਗਈ। ਉਹ ਸਿਰ ਜ਼ਿਲ੍ਹੇ 'ਚ ਹੋ ਗਿਆ, ਜਿਹੜਾ ਤਾਜ ਸੀ ਉਹ ਸੰਤਾਂ ਦੇ ਚਰਨਾਂ 'ਚ ਡਿੱਗ ਪਿਆ। ਬਾਦਸ਼ਾਹ ਹੈ ਦੁਨੀਆ ਕੇ, ਮੋਹਰੇ ਮੇਰੀ ਸ਼ਤਰੰਜ ਕੇ। ਕਹਿੰਦੇ ਦੁਨੀਆ ਦੇ ਬਾਦਸ਼ਾਹ ਵੀ ਫਕੀਰਾਂ ਦੇ ਚਰਨਾਂ 'ਚ ਰੁਲਦੇ, ਉਹਨਾਂ ਦੇ ਤਾਜ ਰੁਲਦੇ ਆ। ਇਸ ਕਰਕੇ ਦੁਨੀਆ ਦੇ ਸਮਰਾਟ ਸਰਤਾਜ ਨਹੀਂ, ਸਾਰਿਆਂ ਦਾ ਤਾਜ ਮੁਖੀ ਸਰੂਪ ਉਹ ਨਿਰੰਕਾਰ ਸਾਰਿਆਂ ਦਾ ਸਰਤਾਜਾ ਹੈ। ਜਿਹੜੇ ਦੇਵੀ ਦੇਵਤੇ ਹੈ ਜਾਂ ਧਰਤੀ ਦੇ ਲੋਕ, ਮੱਧ ਲੋਕ, ਉੱਪਰਲੇ ਲੋਕ, ਪਤਾਲ ਦੇ ਲੋਕ, ਉਹ ਸਾਰਿਆਂ ਦਾ ਸਰਤਾਜਾ ਸ਼੍ਰੋਮਣੀ, ਸਾਰਿਆਂ ਦਾ ਤਾਜ ਹੈ। ਹਾਂ ਬਿਸਮ ਭਾਈ ਦੇਖ ਗੁਣਾ। ਅਸੀਂ ਉਹਦੇ ਪਵਿੱਤਰ ਗੁਣਾਂ ਨੂੰ ਦੇਖ ਕੇ ਅਸਚਰਜ ਹੋ ਜਾਂਦੇ ਹਾਂ ਕਿ ਤੁਸੀਂ ਕਿਆ ਕਰਦੇ ਹੋ। ਹੁਣ ਗੁਰੂ ਕੇ ਲਾਹੌਰ ਮਾਰਿਆ ਗਿਆ, ਲਾਂਗਰੀ ਕਹਿੰਦੇ ਮਾਰਿਆ ਪਾਣੀ ਦੀ ਘਾਟ ਹੈ, ਤੀਰ ਚਲਾਇਆ, ਦਿਲ ਨਰੋਲ ਪੱਥਰ ਚਟਾਨ ਆ, ਉੱਥੋਂ ਉਹ ਜਲ ਪੈਦਾ ਕਰਤਾ ਬੋਲੀ ਹੈ। ਫਿਰ ਲੰਗਰ ਵਾਸਤੇ, ਫਿਰ ਮਹਾਰਾਜ ਨੇ ਕਲਪਾ ਵਰਸ਼ਾ ਮਾਰਿਆ, ਕੜਿਆ ਦੇ ਸੁਮਾ ਫੁੱਟਿਆ। ਉਹ ਮਹਾਰਾਜ ਦੀ ਭੂਆ ਦੇ ਪੁੱਤ ਸੰਗੋ 'ਚ ਛਾਹ ਮਾਰੀ ਤੇ ਮਾਰ ਮੈਨੂੰ ਕਹਿੰਦੇ ਮਹਾਰਾਜ ਦੁਆ ਮਾਰਤਾ, ਬਥੇਰਾ ਜ਼ੋਰ ਲਾਇਆ, ਹੋਰ ਨਾ ਕਿੱਥੇ ਪੁੱਟ ਹੋਵੇ। ਹਾਂਜੀ। ਫਿਰ ਮਹਾਰਾਜ ਨੇ ਇੱਕ ਹੱਥ ਨੇ ਖਿੱਚ ਲਿਆ। ਫਿਰ ਸਿੰਘ ਕਹਿੰਦੇ ਮਹਾਰਾਜ ਹੁਣ ਤਾਂ ਤਰਵੈਣੀ ਬਣਾ ਦਿਓ। ਫਿਰ ਤੀਜਾ ਮਾਰਿਆ, ਫਿਰ ਤਰਵੈਣੀ ਬਣਾਤੀ। 3 ਸੋਮੇ ਆ। ਉਹ ਦਿਨ ਰਾਤ ਜਲ ਵਗਦਾ। ਹੁਣ ਮੂਹਰੇ ਸਰੋਵਰ ਬਣਿਆ ਹੋਇਆ। ਗੁਰੂ ਕੇ ਲਾਹੌਰ ਬਸੰਤ ਪੰਜਵੀਂ ਨੂੰ ਮੇਲਾ ਲੱਗਦਾ ਹੈ। ਸੰਗਤਾਂ ਦਰਸ਼ਨ ਦੀਦਾਰ
ਅੰਮ੍ਰਿਤ ਜਲ ਇਸ਼ਨਾਨ ਪਾਣੀ, ਇਹ ਮਹਾਰਾਜ ਦੀਆਂ ਮੌਜਾਂ, ਕਿਰਪਾ। ਫਿਰ ਮਹਾਰਾਜ ਦਾ ਘੋੜਾ ਕਹਿੰਦਾ ਮੈਂ ਵੀ ਮਹਾਰਾਜ ਦਾ ਵਾਹਨ ਆ, ਮੈਨੂੰ ਵੀ ਮਾੜਾ ਮੋਟਾ ਕੁਝ ਕਰਨਾ ਚਾਹੀਦਾ। ਉਹਨੇ ਪੌੜ ਮਾਰਿਆ, ਉੱਥੋਂ ਜਲ ਕੱਢਤਾ, ਉੱਥੇ ਅਸਥਾਨ ਪੌੜ ਸਭ ਬਣਿਆ ਹੋਇਆ। ਮਹਾਰਾਜ ਦੇ ਘੋੜਿਆਂ 'ਚ ਵੀ ਬਰਕਤਾਂ। ਸਮਰੱਥ ਪੁਰਸ਼ ਜਿਹੜੇ ਹੈ, ਪੌੜ ਮਾਰ ਕੇ ਜਲ ਕੱਢਿਆ, ਉੱਥੇ ਦਾ ਬੋਰਨਮ ਨਹੀਂ ਨਿਕਲਦਾ, ਸਾਰਾ ਪੱਥਰ ਦਾ ਪਹਾੜ ਆ। ਇਹ ਮਹਾਰਾਜ ਦੀਆਂ ਚੋਜ ਕਿਰਪਾ। ਹਾਂਜੀ। ਹਉ ਬਿਸਮ ਭਈ ਦੇਖ ਗੁਣਾ, ਤੇਰੇ ਐਸੇ ਗੁਣਾਂ ਨੂੰ ਦੇਖ ਕੇ ਅਸੀਂ ਬੜੇ ਅਚਰਜ ਹੈਰਾਨ ਹੁੰਦੇ ਹਾਂ। ਕੈਸੇ ਕੈਸੇ ਕੌਤਕ ਆਪ ਜੀ ਕਰ ਦਿੰਦੇ ਹੋ। ਅਨਹਦ ਸ਼ਬਦ ਅਗਾਜਾ ਰਾਮ, ਬਾਕੀ ਸ਼ਬਦ ਦੇ ਤਾਲ ਟੁੱਟ ਜਾਂਦੇ ਆ। ਆਹਤ ਆ, ਢੋਲਕੀ ਕਿੰਨਾ ਕੁ ਚਿਰ ਵਜਾਓਗੇ? ਜਿੰਨਾ ਚਿਰ ਹੱਥ ਵੱਜਦਾ ਧਾਮੇ ਤੇ ਬਾਜੀ ਦੀਆਂ ਸੁਰਾਂ ਤੇ ਉਹਨਾਂ ਚਿਰ ਹੀ ਚੱਕ ਲਾਂਗੇ ਤੇ ਉੱਥੇ ਸਾਰੰਗੀ ਦੇ ਗਜ ਫੇਰਾਂਗੇ। ਇਹ ਆਹਤ ਨਾਦ ਆ। ਉਹ ਅਨਾਹਦ ਜਿਹਦੇ ਹੱਦ ਸੀਮਾ ਨੇ, ਇੱਕ ਰਸ ਉਹਦੀ ਧੁਨੀ ਗੁੰਜਾਰ ਹੁੰਦੀ ਰਹਿੰਦੀ ਹੈ। ਅਗਾਜਾ ਮੈਨੇ ਉਹ ਸਦਾ ਹੀ ਪ੍ਰਗਟ ਹੈ। ਸ਼ਬਦ ਵਿਚਾਰੀ ਕਰਨੀ ਸਾਰੀ, ਜਿਹਨੇ ਸ਼ਬਦ ਦੀ ਵਿਚਾਰ ਕੀਤੀ, ਕਿਹਨੇ ਕੀਤੀ? ਜਿਨ੍ਹਾਂ ਦੀ ਕਰਨੀ ਸਾਰੀ, ਜਿਨ੍ਹਾਂ ਦੇ ਕਰਤੱਵ ਸਾਰੀ ਸ੍ਰੇਸ਼ਟ ਹੈ, ਉਹ ਸ਼ਬਦ ਦੀ ਵਿਚਾਰ ਕਰਨਗੇ। ਤੇ ਜਿਨ੍ਹਾਂ ਦੀ ਬੁੱਧੀ ਪੁੱਠੇ ਪਾਸੇ ਲੱਗੀ ਹੈ, ਉਹ ਤਾਂ ਸਿਨੇਮਿਆਂ ਸੁਨੇਮਿਆਂ ਜਾ ਕੇ ਧੱਕੇ ਖਾਣਗੇ। ਪਰ ਜਿਨ੍ਹਾਂ ਦੇ ਮਹਾਰਾਜ ਮਿਹਰ ਕਰਦਾ, ਉਹ ਗੁਰੂ ਘਰ 'ਚ ਆਏਗਾ, ਸ਼ਬਦ ਦੀ ਵਿਚਾਰ ਕਰੇਗਾ ਜਾਂ ਸੁਣੇ ਸੁਣਾਏਗਾ। ਉਹਦੀ ਸੁਰਤੀ ਬਿਰਤੀ ਐਸੀ ਹੁੰਦੀ ਹੈ। ਰਾਮ ਨਾਮ ਨਿਸ਼ਾਨੋ, ਉਹਨਾਂ ਦੇ ਕੋਲ ਪਰਮੇਸ਼ਰ ਦੇ ਨਾਮ ਨਾਲ ਨਿਸ਼ਾਨ ਮੈਨੇ ਸਰਟੀਫਿਕੇਟ ਪਰਵਾਨਾ। ਇੱਥੇ ਦੇ ਸਰਟੀਫਿਕੇਟ ਤਾਂ ਲੈ ਲੈ, ਬੜੀਆਂ ਡਿਗਰੀਆਂ ਡਿਪਲੋਮੇ ਕਰ ਲੈ, ਇਹਨਾਂ ਦਾ ਇੱਥੇ ਦਾ ਮੁੱਲ ਹੋ ਸਕਦਾ, ਦਰਗਾਹ ਵਿੱਚ ਇਹਨਾਂ ਦਾ ਕਾਣੀ ਕੋਡੀ ਮੁੱਲ ਨਹੀਂ। ਅਤੇ ਮੈਂ ਤਾਂ ਬੜਾ ਚਤਰਿਆਂ ਅਕਲ ਵਾਲਾ ਸੀ, ਇੰਨੀਆਂ ਡਿਗਰੀਆਂ ਲਈਆਂ ਮੈਂ, ਇੰਨੇ ਮਮੰਟੋ ਲੈ ਲੈ। ਹੁਣ ਦਿੱਤੇ ਸੀ ਨਾ ਗੌਰਮੈਂਟ ਨੇ ਕਈਆਂ ਨੂੰ, ਅਤੇ ਹੁਣ ਉਹ ਮਾਹਾਂ ਦੇ ਆਟੇ ਮੂੰਹ ਆਕੜ ਗਿਆ ਅਤੇ ਹੁਣ ਮੁੜੀ ਜਾਂਦੇ ਆ। ਪਹਿਲਾਂ ਤਾਂ ਇਹਨਾਂ ਨੇ ਘਿਓ ਖਿਚੜੀ ਹੋਏ ਫਿਰਦੇ ਸੀ। ਉਹ ਇੱਕ ਵਾਰੀ ਇੱਕ ਜਗ੍ਹਾ ਗਏ, ਆਖੇ ਜੀ ਸ਼੍ਰੀ ਪਦਮ ਆ। ਮੈਂ ਕਿਹਾ ਪਦਮ ਨਾਲ ਤਾਂ ਫੁੱਲ ਦਾ ਹੁੰਦਾ, ਅਤੇ ਸੰਤ ਦੀ ਪਦਵੀ ਵੱਡੀ ਹੈ ਕਿ ਜਿਹਨਾਂ ਬੰਦਿਆਂ ਨੇ ਜਿਹੜੀ ਸ਼੍ਰੀ ਪਦਮ ਦੀ ਪਦਵੀ ਦਿੱਤੀ ਹੈ ਵੱਡੀ ਹੈ। ਭਾਈ ਸ਼ਬਦ ਤਾਂ ਬਹੁਤ ਵੱਡਾ, ਜਥੇਦਾਰ ਸੰਤ ਸ਼ਬਦ ਹੈ, ਗੁਰਮੁਖ ਸ਼ਬਦ ਹੈ। ਇਹ 'ਤੇ ਸਾਡਾ ਯਕੀਨ ਨਹੀਂ ਰਿਹਾ। ਅਤੇ ਦੁਨਿਆਵੀ ਪਦਵੀਆਂ ਨੂੰ ਅਸੀਂ ਕਿਵੇਂ ਭੱਜੇ ਫਿਰਦੇ, ਸਟੇਜਾਂ ਦੇ ਬੜੇ ਫਖਰ ਨਾਲ ਅਨਾਊਂਸ ਕਰਦੇ ਹਾਂ, ਇਹ ਫਲਾਨੀ ਪਦਵੀ ਮਿਲ ਗਈ ਹੈ ਜੀ। ਝੂਠੇ ਲੋਕਾਂ ਦੀਆਂ ਝੂਠੀਆਂ ਪਦਵੀਆਂ। ਪਰ ਗੁਰੂ ਨਾਨਕ ਸਾਹਿਬ ਦੇ ਘਰ ਦੀ ਜਿਹੜੀ ਪਦਵੀ, ਮੰਝ ਪਿਆਰਾ ਗੁਰੂ ਕਾ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਇਹ ਗੁਰੂ ਦੀਆਂ ਪਦਵੀਆਂ 'ਤੇ ਸਾਨੂੰ ਭਰੋਸਾ ਨਹੀਂ ਰਹਿ ਗਿਆ। ਅਤੇ ਹੁਣ ਉਹ ਪਦਵੀਆਂ ਮੋੜਨ ਡਏ, ਜਿਨ੍ਹਾਂ ਨੂੰ ਕੱਲ੍ਹ ਫੁੱਲ ਸਮਝਦੇ ਸੀ, ਅੱਜ ਉਹ ਕੰਡੇ ਬਣੇ ਪਏ ਆ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਨਾਮ ਬਿਨਾ ਖੋਟੇ ਨਹੀਂ ਠਾਹਰ, ਜਿਹੜੇ ਨਾਮ ਤੋਂ ਬਿਨਾਂ ਹਨ। ਦੁਨੀਆ ਨੇ ਕਿੰਨੀਆਂ ਪਦਵੀਆਂ ਲਈ ਫਿਰਨ, ਸਰਟੀਫਿਕੇਟ ਲਈ ਫਿਰਨ। ਕਹਿੰਦੇ ਨਾਮ ਤੋਂ ਬਿਨਾਂ ਜਿਹੜੇ ਬੰਦੇ ਆ ਨਾ ਖੋਟੇ, ਉਹਨਾਂ ਨੂੰ ਅੱਗੇ ਠਾਹਰ ਢੋਈ ਜਗ੍ਹਾ ਨਹੀਂ ਮਿਲਦੀ ਹੈ। ਨਾਮ ਰਤਨ ਪ੍ਰਵਾਨੋ, ਜਿਹਨਾਂ ਕੋਲ ਨਾਮ ਰੂਪੀ ਰਤਨ ਪਰਵਾਨਾ ਨਾ, ਉਹ ਪ੍ਰਵਾਨ। ਕਹਿੰਦੇ ਆਓ ਜੀ, ਉੱਥੇ ਦਾ ਧਰਮਰਾਜ ਵੀ ਕਹਿੰਦਾ ਨਾ, ਹਾਂਜੀ ਆਓ ਗੁਰਮੁਖੋ, ਤੁਸੀਂ ਮੇਰੀ ਸੰਜੀਵਨੀ ਪੂਰੀ, ਤੁਸੀਂ ਮੇਰਾ ਕਲੀਚਾ ਮੰਦਰ, ਜਿਹੜਾ ਕਲੀਚੀ ਮੰਦਰ ਆ ਉਹਦਾ ਜਿੱਥੇ ਬਹਿੰਦਾ, ਉਹ ਪਵਿੱਤਰ ਕਰ ਦਿੱਤਾ ਹੈ। ਇਸ ਵਾਸਤੇ ਸਾਧ ਸੰਗਤ ਜੀ ਰੇਰੇ ਦਰਗਾਹ ਕਹਿ ਨਾ ਕੋ, ਉੱਥੇ ਤਾਂ ਉਹਨੂੰ ਰੇਰੇ ਕੋ ਕਹਿੰਦਾ ਹੀ ਨਹੀਂ, ਅਰੇ ਅਰੇ ਥੋੜ੍ਹੀ ਕਹਿੰਦੇ ਆ। ਬੜੇ ਸਤਿਕਾਰ ਨਾਲ, ਆਦਰ ਸ਼ੁਭ ਪ੍ਰਕਾਰ ਨਾਲ ਧਰਮ ਰਾਜਾ ਕਹਿੰਦਾ ਕੀਤੋ ਭਵਨ ਪਨੀਤ, ਹੇ ਮਹਾਂਪੁਰਖੋ। ਇੱਥੇ ਦਾ ਰਾਤ ਨਰਕੀ ਬੰਦਿਆਂ ਨੇ ਮੇਰਾ ਬਾਹ ਪਿਆ ਸੀ, ਵੀ ਪਾਪੀ ਆਉਂਦੇ ਸਾਰਾ ਦਿਨ, ਇੱਕ ਲੱਛਣੇ ਬੰਦੇ ਮੱਥੇ ਲੱਗਦੇ ਆ, ਵੀ ਤੁਸੀਂ ਆ ਕੇ ਮੇਰਾ ਘਰ ਹੀ ਪਵਿੱਤਰ ਕਰ ਦਿੱਤਾ ਹੈ। ਪਤ ਮਤ ਪੂਰੀ ਪੂਰਾ ਪਰਵਾਨਾ, ਉਹਨਾਂ ਦੀ ਮੱਤ ਵੀ, ਉਹਨਾਂ ਦੀ ਇੱਜ਼ਤ ਵੀ ਪੂਰੀ ਹੈ, ਕਿਉਂਕਿ ਉਹਨਾਂ ਨੂੰ ਗੁਰੂ ਦਾ ਪਰਵਾਨਾ,
ਬਖਸ਼ਿਸ਼ ਦਾ ਸਰਟੀਫਿਕੇਟ ਪ੍ਰਾਪਤ ਹੋ ਗਿਆ ਹੈ। ਨਾ ਆਵੇ ਨਾ ਉਹ ਜਾਸੀ। ਗੁਰਮੁਖ ਪਿਆਰਿਆਂ ਦਾ ਨਾ ਹੁਣ ਆਉਣਾ ਹੈ ਨਾ ਉਹਨਾਂ ਦਾ ਜਾਣਾ ਹੈ, ਕਿਉਂਕਿ ਬਾਬਾ ਆਵਣ ਜਾਣ ਰਹਿਓ ਤਪਤ ਕੜਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਹੁਣ ਕਿੱਥੇ ਆਉਣਾ ਜਾਣਾ, ਹੁਣ ਤਾਂ ਪਰਮਾਤਮਾ ਵਿੱਚ ਉਹਨਾਂ ਨੂੰ ਅਭੇਦ ਅਵਸਥਾ ਪ੍ਰਾਪਤ ਹੋ ਗਈ ਹੈ। ਨਾਨਕ ਗੁਰਮੁਖ ਆਪ ਪਛਾਣੈ। ਪਾਤਸ਼ਾਹ ਕਹਿੰਦੇ ਉਹ ਗੁਰਮੁਖ ਗੁਰੂ ਤੋਂ ਸਿੱਖਿਆ ਲੈ ਕੇ ਉਪਦੇਸ਼ ਦੀ ਕਮਾਈ ਕਰਕੇ ਆਪਣੇ ਸਵੈੰਗ ਸਰੂਪ ਆਤਮਾ ਪਰਮਾਤਮਾ ਨੂੰ ਪਹਿਲਾਂ ਬਾਣੀ ਦੀ ਵਿਚਾਰ ਸੁਣ ਕੇ ਜਾਣਕਾਰੀ, ਫਿਰ ਅਭਿਆਸ ਕਰਕੇ ਉਹਨੂੰ ਪਛਾਣ ਲੈਂਦੇ ਹਨ। ਪ੍ਰਭ ਜੈਸੇ ਅਵਿਨਾਸੀ। ਪ੍ਰਭ ਜੈਸੇ ਅਵਿਨਾਸੀ, ਜਿਵੇਂ ਉਹ ਨਾਸ ਤੋਂ ਰਹਿਤ ਇਹ ਅਵਸਥਾ ਮਿਲ ਜਾਂਦੀ। ਤੇ ਜਦੋਂ ਬੰਦਾ ਬਹਾਦਰ ਨੂੰ ਉੱਥੇ ਮਿਲੇ ਨਾ ਤੇ ਕਹਿਣ ਲੱਗੇ ਤੁਸੀਂ ਉਹੋ ਹੀ ਗੁਰੂ ਗੋਬਿੰਦ ਸਿੰਘ ਹੋ ਜਿਹੜੇ ਮੈਨੂੰ ਪਹਿਲਾਂ ਹਰਿਦੁਆਰ ਇੱਕ ਵਾਰੀ ਮਿਲੇ ਸੀ। ਕਿਉਂ ਇੱਕ ਵਾਰੀ ਪਹਿਲਾਂ ਮਿਲੇ ਨਾ, ਉਸ ਵੇਲੇ ਮੰਡਲੀ ਵਿੱਚ ਸੀ, ਵਿਦਿਆ ਪੜ੍ਹਦਾ ਹੁੰਦਾ ਸੀ, ਉਦੋਂ ਹਰਿਦੁਆਰ ਮਿਲੇ। ਫਿਰ ਪਛਾਣ ਆ ਗਈ ਤੁਸੀਂ ਤਾਂ ਉਹੋ ਹੀ ਹੈ ਜਿਹੜੇ ਮੈਨੂੰ ਹਰਿਦੁਆਰ ਮਿਲੇ ਸੀ। ਇਸ ਵਾਸਤੇ ਪ੍ਰਭੂ ਅਵਿਨਾਸ਼ੀ ਨਾਸ ਤੋਂ ਰਹਿਤ ਹੈ। ਬਾਕੀ ਜਿੰਨਾ ਸੰਸਾਰ ਹੈ ਇਹ ਆਉਣ ਜਾਣ ਵਿੱਚ ਹੈ, ਕੋਈ ਆ ਰਿਹਾ ਕੋਈ ਜਾ ਰਿਹਾ। ਇਹ ਸੰਸਾਰ ਇੱਕ ਸਰਾਂ ਹੀ ਹੈ ਨਾ, ਕੋਈ ਆ ਰਿਹਾ। ਉਹ ਮਹਾਂਪੁਰਖ ਸੀਗੇ, ਮੀਂਹ ਬਹੁਤ ਪੈਂਦਾ ਸੀ, ਉੱਥੇ ਉਹ ਲਾਲਾ ਦਾ ਘਰ ਸੀ, ਉਹ ਵਰਸ਼ਾ ਕਰਕੇ ਉੱਥੇ ਮੋਹਰੇ ਖੜ ਗਏ। ਉਹ ਲਾਲਾ ਅੰਦਰ ਬੈਠਾ ਗੱਦਾ ਜਿਹਾ ਲਾ ਕੇ, ਤੇ ਉਹ ਕਹਿੰਦੇ ਦੇਖੋ ਕੌਣ ਹੈ। ਕਹਿੰਦੇ ਜੀ ਕੋਈ ਫਕੀਰ ਹੈ। ਕਹਿੰਦੇ ਉਹਨੂੰ ਕਹੋ ਇੱਥੋਂ ਚਲੇ ਜਾਏ, ਕੋਈ ਸਰਾਂ ਥੋੜ੍ਹੀ ਹੈ। ਉਹ ਆ ਗਿਆ ਇੱਥੇ, ਕੋਈ ਸਰਾਂ ਥੋੜ੍ਹੀ, ਤੂੰ ਇੱਥੇ ਖੜ ਗਿਆ। ਉਹ ਕਹਿਣ ਲੱਗੇ ਮੈਂ ਦੋ ਗੱਲਾਂ ਕਰਨੀਆਂ ਚਾਹੁੰਦਾ। ਇਹਨੂੰ ਮੈਂ ਪੁੱਛਣਾ ਚਾਹੁੰਦਾ ਕਿ ਇਹ ਤੋਂ ਪਹਿਲਾਂ ਕੌਣ ਰਹਿੰਦਾ ਸੀ। ਇਹ ਮੇਰਾ ਪਿਓ ਸੀ, ਉਸ ਤੋਂ ਪਹਿਲਾਂ ਮੇਰਾ ਦਾਦਾ ਪੜਦਾਦਾ ਸੀ। ਕਹਿੰਦੇ ਸਰਾਂ ਨਹੀਂ ਤੇ ਹੋਰ ਕਿਆ ਹੈ। ਇਹੀ ਸਰਾਂ ਹੈ। ਸ਼ਬਦ ਪੂਰਾ ਹੋ ਗਿਆ ਕਿ ਰਹਿੰਦਾ। ਇਸ ਵਾਸਤੇ ਉਹ ਜਿਹੜਾ ਪਰਮੇਸ਼ਰ ਆ ਉਹ ਅਵਿਨਾਸ਼ੀ ਨਾਸ ਤੋਂ ਰਹਿਤ ਹੈ। ਅਵਿਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਕੋਈ। ਬਨਾਸ਼ੀ ਅੱਖਰ ਦੇ ਮੂਹਰੇ ਐੜਾ ਲਾ ਦਿੱਤਾ ਨਾ, ਇਹ ਕੀ ਬਣ ਗਿਆ ਅਵਿਨਾਸ਼ੀ। ਕਿਉਂਕਿ ਇਹ ਜਿੰਨਾ ਵੀ ਪ੍ਰਪੰਚ ਹੈ ਸਾਰਾ ਨਾਸ ਵਿੱਚ ਹੈ। ਰਜ ਬਨਾਸੀ ਤਮ ਬਨਾਸੀ ਸਾਧਕ ਵੀ ਬੇਨਾਦਾ। ਇਹ ਰਜੋਗੁਣ ਤਮੋਗੁਣ ਸਤੋਗੁਣ ਇਹ ਸਾਰਾ ਨਾਸ ਹੋ ਜਾਣ ਵਾਲਾ ਨਾ। ਤੇ ਜਿਵੇਂ ਉਹ ਮਹਾਂਪੁਰਖਾਂ ਨੂੰ ਕਹਿਣ ਲੱਗਾ ਮਹਾਰਾਜ ਚੇਲਾ ਕਿੰਨਾ ਚਿਰ ਹੋ ਗਿਆ ਬੰਦਗੀ ਕਰਦੇ ਆ, ਪਰਮੇਸ਼ਰ ਸਾਖਿਆਤ ਨਹੀਂ ਹੋ ਰਿਹਾ। ਉਹ ਕਹਿਣ ਲੱਗੇ ਅੱਛਾ ਦੱਸਾਂਗੇ। ਉਹ ਨਾਲ ਲੈ ਗਏ। ਜਿਹੜੇ ਨਾਲ ਲਗਾਏ ਤੇ ਉਹ ਪਹਾੜੀ ਸੀ। ਕਹਿੰਦੇ ਵੀ ਸੂਰਜ ਛੁਪਣ ਵਾਲਾ ਹੀ ਹੈ, ਛੇਤੀ ਛੇਤੀ ਤੁਰਿਆ। ਆ ਸਾਡੇ 3 ਪੱਥਰ ਆਏ, ਚੁੱਕ ਲਾ। ਉਹ ਚੁੱਕ ਲੈ। ਉਹ ਹੁਣ ਤੁਰਿਆ ਜਾਂਦਾ, ਪਿੱਛੇ ਰਹਿ ਗਿਆ। ਕਹਿੰਦੇ ਵੀ ਆ ਜਾ ਛੇਤੀ। ਕਹਿੰਦੇ ਮਾਰਾ ਮੇਰੇ ਭਾ ਤੁਸੀਂ ਪੱਥਰ ਚੁਕਾਤੇ, ਭਾਰਿਆ ਤੁਰਿਆ ਨਹੀਂ ਜਾਂਦਾ, ਲੱਤਾਂ ਜਿਹੜੀਆਂ ਉਹ ਵਿਚਲਦੀਆਂ। ਕਹਿੰਦੇ ਇਉਂ ਕਰ ਫਿਰ ਇੱਕ ਪੱਥਰ ਸੁੱਟ ਦੇ। ਇੱਕ ਪੱਥਰ ਸਿੱਟਤਾ, ਥੋੜਾ ਅੱਗੇ ਵਧਿਆ, ਫਿਰ ਪਿੱਛੇ ਰਹਿ ਗਿਆ। ਕਹਿੰਦੇ ਵੀ ਜਲਦੀ ਆ, ਸੂਰਜ ਛਿਪਿਆ, ਫਿਰ ਰਸਤਾ ਨਹੀਂ ਮਿਲੇਗਾ, ਪਹਾੜੀ ਆ, ਜੰਗਲ ਆ, ਆਪਣਾ ਮਕਾਮ ਦੂਰ ਆ। ਫਿਰ ਤੁਰਿਆ। ਕਹਿੰਦੇ ਮਾਰਾ ਭਾਰਿਆ। ਕਹਿੰਦੇ ਇੱਕ ਪੱਥਰ ਸਿੱਟ ਦੇ ਵੀ। ਸਿੱਟਤਾ, ਫਿਰ ਤੁਰਿਆ, ਫਿਰ ਅੱਗੇ ਗਏ, ਫਿਰ ਪਿੱਛੇ। ਕਹਿੰਦੇ ਤੀਆ ਵੀ ਸਿੱਟ ਦੇ। ਕਹਿੰਦੇ ਤੇਰੇ ਪ੍ਰਸ਼ਨ ਦਾ ਉੱਤਰ ਦਿੱਤਾ ਇਹ। ਉਹਦਾ ਭਾਵ ਕੀ ਵੀ ਪਹਿਲਾਂ ਤਮੋਗੁਣ ਛੱਡ ਦੇ। ਤਮੋਗੁਣ ਵਿੱਚ ਕ੍ਰੋਧ ਹੁੰਦਾ ਆ, ਈਰਖਾ ਹੁੰਦੀ ਹੈ, ਹਰ ਵੇਲੇ ਨਿੰਦਿਆ ਚੁਗਲੀ, ਦੂਏ ਦਾ ਬੁਰਾ ਹੀ ਸੋਚੀ ਜਾਣਾ। ਇਹ ਤਮੋਗੁਣ ਤਿਆਗ ਦੇ। ਦੂਸਰਾ ਨੰਬਰ ਰਜੋਗੁਣ ਛੱਡ ਦੇ। ਖਾਣ ਪੀਣ ਭੋਗਣ ਦੀ ਇੱਛਾ, ਹਾਂਜੀ ਚੰਗਾ ਨੌਰ ਖਾਏ ਕੇ ਜਸ ਕੀਰਤ ਜਗ ਲੈ, ਇਹੋ ਜਿਹੀ ਭਾਵਨਾ ਬਣੀ ਰਹਿੰਦੀ ਨਾ ਰਜੋਗੁਣ 'ਚ। ਆਪਣੇ ਨਾਂ ਦੀ ਵਡਿਆਈ ਚਾਹੁੰਣੀ, ਇਸ ਤਰ੍ਹਾਂ ਦਾ ਜਿਹੜਾ ਇਹ ਤਿਆਗ ਦੇ। ਤੀਸਰਾ ਸਤੋਗੁਣ। ਕੁਝ ਪੁਰਨਾ ਤਾਂ ਚੰਗਾ ਹੀ ਹੁੰਦਾ, ਪੁੰਨ ਕਰਾਂ ਨੇਕੀ ਕਰਾਂ ਪਰ ਉਪਕਾਰ ਕਰ। ਪਰ ਕਹਿੰਦੇ ਇਹ ਵੀ ਸੋਨੇ ਦੀ ਬੇੜੀ ਹੈ।
ਇੱਕ ਤਾਂ ਲੋਹੇ ਦੀ ਬੇੜੀ ਹੈ ਨਾ, ਉਹ ਵੀ ਪੈਰਾਂ ਨੂੰ ਜੁੱਟਦੀ ਹੈ, ਤੇ ਜੇ ਸੋਨੇ ਦੀ ਹੋਵੇ ਉਹਨੂੰ ਵੀ ਜੁਟਣਾ ਹੀ ਆ। ਇਸ ਵਾਸਤੇ ਕਹਿੰਦੇ ਇਹਨੂੰ ਵੀ ਤਿਆਗ ਦੇ। ਜਦੋਂ ਇਹ ਤਿੰਨ ਪੱਥਰ ਚੁੱਕੀ ਫਿਰਦਾ ਸੰਸਾਰ, ਸਤੋ ਰਜੋ ਤਮੋ, ਇਹ ਮਾਇਆ ਦੇ ਪੜਦੇ ਆ, ਤੇ ਜਦੋਂ ਇਹਨਾਂ ਤਿੰਨਾਂ ਨੂੰ ਤੋੜਦਾ ਨਹੀਂ, ਉਹਨਾਂ ਚਿਰ ਤੁਰੀਆ ਅਵਸਥਾ 'ਚ ਕਿਵੇਂ ਜਾਏਗਾ, ਗਿਆਨ ਅਵਸਥਾ 'ਚ ਕਿਵੇਂ ਜਾਏਗਾ, ਗਿਆਨ ਭੂਮਿਕਾ 'ਚ ਕਿਵੇਂ ਜਾਏਗਾ। ਹੁਣ ਗਿਆਨ ਦੀਆਂ 7 ਭੂਮਿਕਾ, ਚਾਹੁੰਦਾ ਹਰੇਕ ਹੈ ਮੈਨੂੰ ਬ੍ਰਹਮ ਗਿਆਨ ਹੋ ਜਾ। ਪਹਿਲੀ ਹੁੰਦੀ ਹੈ ਸ਼ੁਭ ਇੱਛਾ। ਹੁਣ ਆਪਣੇ ਮਨਾਂ ਨਾਲ ਝਾਤ ਮਾਰ ਲਓ ਵੀ 24 ਘੰਟੇ ਸ਼ੁਭ ਇੱਛਾ ਰਹਿੰਦੀ ਹੈ। ਇਹ ਪਹਿਲੀ ਪੌੜੀ ਬਹੁਤ ਔਖੀ ਹੈ। ਦਿਹਾੜੀ 'ਚ ਕਿੰਨੀਆਂ ਮਾੜੀਆਂ ਇੱਛਾ ਪੈਦਾ ਹੁੰਦੀਆਂ। ਦੂਸਰਾ ਨੰਬਰ ਹੈ ਸੋ ਵਿਚਾਰਨਾ। ਇਹ ਮਨ ਨਾਲ ਵਿਚਾਰ ਕਰੋ ਵੀ ਸ੍ਰੇਸ਼ਟ ਵਿਚਾਰ ਰਹਿੰਦੀ ਹੈ। ਹਰ ਵੇਲੇ ਪੁੱਠੇ ਖਿਆਲੇ ਆਉਂਦੇ, ਸੁਪਨੇ 'ਚ ਵੀ ਪੁੱਠੇ ਪਾਸੇ ਤੁਰਿਆ ਫਿਰਦਾ ਹੈ। ਤੀਸਰਾ ਨੰਬਰ ਹੈ ਤਨੂ ਮਾਨਸਾ, ਬਾਸ਼ਨਾ ਦਾ ਸੂਖਸ਼ਮ ਹੋ ਜਾਣਾ। ਇੱਥੇ ਤਾਂ ਬਾਸ਼ਨਾ ਦੇ ਬੜੇ ਬੜੇ ਪਹਾੜ ਆ, ਉਹ ਕਰਾਂਗੇ ਉਹ ਕਰਾਂਗੇ। ਅੱਜ ਕੱਲ੍ਹ ਤਾਂ ਕੁੜੀਆਂ ਮੁੰਡਿਆਂ ਦੇ ਪਤਾ ਹੀ ਨਹੀਂ ਕਿੰਨੇ ਕਿ ਉਹ ਜਿਹੜੇ ਭਾਵਨਾ ਪੂਰੀ ਨਹੀਂ ਹੁੰਦੀ। ਕਈ ਤਾਂ ਜ਼ਹਿਰ ਜ਼ੂਰ ਖਾ ਕੇ ਫਾਹਾ ਲੈ ਕੇ ਮਰ ਜਾਂਦੇ ਆ, ਕਈਆਂ ਨੂੰ ਡਿਪਰੈਸ਼ਨ ਹੋ ਜਾਂਦਾ, ਫਿਰ ਉਹ ਸਾਰੀ ਉਮਰ ਡਾਕਟਰਾਂ ਜੋਗੇ ਬਣ ਜਾਂਦੇ ਆ। ਬਾਸ਼ਨਾ ਜਿਹੜੀਆਂ ਉਹ ਕਲੇਸ਼ ਪੈਦਾ ਕਰ ਦਿੰਦੀਆਂ ਨਾ। ਜਦੋਂ ਬਾਸ਼ਨਾ ਘਟਾ ਦਿਆਂਗੇ ਹਿਰਦਾ ਸ਼ਾਂਤ ਹੋ ਜਾਊਗਾ। ਇਸ ਵਾਸਤੇ ਫਿਰ ਇਹ ਪਹਿਲਾਂ ਤੇ ਤਿੰਨ ਇਹ ਹੀ ਹੈ। ਫਿਰ ਉਸ ਤੋਂ ਬਾਅਦ ਸਾਧ ਸੰਗਤ ਜੀ, ਪਦਾਰਥ ਭਾਵਨੀ ਹੈ, ਪਦਾਰਥਾਂ ਦਾ ਭਾਵ ਹੋ ਜਾਣਾ, ਪਦਾਰਥਾਂ ਦਾ ਲਗਾ ਟੁੱਟਦਾ ਹੀ ਨਹੀਂ। ਅਸੰਗ ਸ਼ਕਤੀ ਹੈ, ਸੰਸਾਰ ਦੀ ਪਕੜ ਜਿਹੜੀ ਖਤਮ ਹੋਣੀ। ਫੇਰ ਜਾ ਕੇ ਤੁਰਿਆ ਗਿਆਨ ਦੀ ਅਵਸਥਾ ਕਿ ਹੁਣ ਤਾਂ ਹੁੰਦਾ 4 ਕਿਤਾਬਾਂ ਪੜ੍ਹ ਲਿਆ ਮੈਂ ਗਿਆਨੀ ਬਣ ਗਿਆ। ਗਿਆਨੀ ਹੋ ਸਕਦਾ, ਬ੍ਰਹਮ ਗਿਆਨੀ ਨਹੀਂ। ਇਹ ਬ੍ਰਹਮ ਗਿਆਨ ਦੀਆਂ 7 ਭੂਮਿਕਾ। ਜਿਸ ਮੰਜ਼ਿਲ ਨੂੰ ਪਾਉਣਾ ਚਾਹੁੰਦੇ, ਇਹ ਸੀੜੀਆਂ, ਇਹ ਪੌੜੀਆਂ, ਇਹ ਤਰਾਹੇ ਪਤ ਪਵੜੀਆ, ਚੜ੍ਹਿਆ ਹੋਏ ਅਕੀਸ, ਪਰ ਸੁਣ ਗੱਲਾਂ ਆਕਾਸ਼ ਕੀ ਕੀਟਾਂ ਹੀ ਰੀਸ। ਧਰਤੀ ਦੇ ਕੀੜੇ ਆ, ਬਰਸਾਤ ਹੁੰਦੀ ਨਾ, ਇਹਨਾਂ ਨੂੰ ਖੰਭ ਜਾਂ ਨਿਕਲੇ ਹੁੰਦੇ। ਇਹ ਵੀ ਕਈ ਵਾਰੀ ਪੰਛੀ ਬਣ ਕੇ ਉੱਡਣਾ ਚਾਹੁੰਦੇ ਆ, ਉਹ ਜਿਹੜੇ ਉੱਡਦੇ ਆ ਖੰਭ ਫਰਜੀ ਹੁੰਦੇ, ਝੜ ਜਾਂਦੇ ਆ, ਤੇ ਫਿਰ ਸ਼ਾਰਕਾਂ ਸ਼ੁਰਕਾਂ ਖਾ ਜਾਂਦੀਆਂ ਕਿ ਨਹੀਂ। ਇਸ ਤਰ੍ਹਾਂ ਕਈ 4 ਦਿਨ ਝਾੜੂ ਮਾਰ ਲਿਆ, 4 ਦਿਨ ਗੁਰਦੁਆਰੇ ਜਾਏ, 4 ਦਿਨ ਮਾੜਾ ਮੋਟਾ ਪਾਠ ਪੂਜਾ ਪੁੰਨਦਾਨ ਕਰ ਲਿਆ, ਉਹ ਸਮਝਣ ਲੱਗ ਪਏ ਤਾਂ ਹੁਣ ਬਹੁਤ ਵੱਡੇ ਬਣ ਗਏ। ਉਹ ਫਿਰ ਰੀਸਾਂ ਉਹਨਾਂ ਦੀਆਂ ਕਰਦੇ ਆ। ਰੀਸਾਂ ਕਰੇ ਤਨਾੜੀਆਂ ਜੋ ਸੇਵਾ ਦਰ ਖੜੀਆਂ। ਰੀਸ ਕਰਨੀ ਚੰਗੀ ਹੈ, ਚੰਗੇ ਪਾਸੇ ਦੀ, ਪਰ ਜੇ ਉਵੇਂ ਹੀ ਕਮਾਈ ਤੋਂ ਬਿਨਾਂ ਕਰੀਏ ਤੇ ਪੱਲੇ ਕੁਛ ਨਹੀਂ। ਇਸ ਵਾਸਤੇ ਉਹ ਜਿਹੜੇ ਗੁਰਮੁਖ ਪਿਆਰੇ ਹੈ, ਉਸ ਮੰਜ਼ਿਲ ਨੂੰ ਪ੍ਰਾਪਤ ਕਰਨ ਲਈ ਜਾਗਤ ਤੇ ਸੁਪਨ ਤੇ ਫਿਰ ਇਹ ਸੁਸ਼ੋਪਤੀ ਅਵਸਥਾ। ਕਿਉਂਕਿ ਜਾਗਤ ਸੁਪਨ ਸੁਖੋਪਤ ਤੁਰਿਆ, ਆਤਮ ਭੂਪਤ ਕੀ ਜੇ ਪੁਰੀਆ। ਜਾਗਰਤ ਅਵਸਥਾ ਹੈ, ਸੁਪਨ ਅਵਸਥਾ ਹੈ, ਸੁਸ਼ੋਪਤੀ ਅਵਸਥਾ ਹੈ, ਸੁਖੋਪਤ ਜਾਂ ਸੁਸ਼ੁਪਤੀ ਕਹਿ ਦਿਓ। ਫਿਰ ਚੌਥੀ ਤੁਰਿਆ, ਗਿਆਨ ਦੀ ਭੂਮਿਕਾ। ਇਹਨੂੰ ਪ੍ਰਾਪਤ ਕਰਨ ਵਾਸਤੇ ਹੁਣ ਜਾਗਰਤ ਅਵਸਥਾ ਵਿੱਚ ਦੇਖੋ ਆਪਾਂ ਕੀ ਕਰਦੇ ਹਾਂ। ਸੁਪਨਾ ਕਿੱਧਰ ਹੈ, ਸੁਸ਼ੁਪਤੀ ਵੀ ਅਗਿਆਨ ਅਵਸਥਾ ਹੈ, ਸਿਰਫ ਗਾੜੀ ਨੀਂਦ ਦਾ ਹੀ ਭਾਸ਼ ਹੈ। ਅੱਜ ਨੀਂਦ ਬੜੀ ਵਧੀਆ ਆਈ, ਪਤਾ ਨਹੀਂ ਕਿੱਥੇ ਪੈ ਰਿਹਾ। ਇਹ ਸੁਸ਼ੁਪਤੀ ਅਵਸਥਾ। ਇਸ ਵਾਸਤੇ ਜਿਹੜੀ ਤੁਰਿਆ ਹੈ ਉਹ ਗਿਆਨ ਅਵਸਥਾ ਹੈ, ਤੇ ਇਸ ਵਾਸਤੇ ਉਹ ਆਤਮ ਭੂਪਤ ਕੀ ਪੂਰੀ ਕਿਹਾ ਗਿਆ ਹੈ। ਇੱਥੇ ਦੇ ਪਹੁੰਚਣ ਲਈ ਇਹ ਕਮਾਈ ਕਰਨੀ ਪੈਂਦੀ ਹੈ। ਨਾਮ ਅਭਿਆਸ, ਸ਼ਬਦ ਦੀ ਕਮਾਈ। ਹੁਣ ਸਾਡੇ ਵਿੱਚ ਇਹ ਤਾਂ ਚੀਜ਼ ਲੋਪ ਹੀ ਹੋ ਗਈ ਨਾ। ਹੁਣ ਤਾਂ ਨਿਤਨੇਮ ਵੀ ਜਾਂਦਾ ਰਿਹਾ, ਨਿਤਨੇਮ ਵੀ ਉਹ ਵੀ ਭਾਗਾਂ ਵਾਲਾ ਹੀ ਹੈ। ਜਿਸ ਘਰ ਵਿੱਚ ਅੰਮ੍ਰਿਤ ਵੇਲੇ ਦਾ ਇਸ਼ਨਾਨ, 5 ਬਾਣੀਆਂ ਦਾ ਨਿਤਨੇਮ, ਤੇ ਚੌਣ ਕੜਾ ਲਾ ਕੇ ਨਾਮ ਬਾਣੀ ਸ਼ਬਦ ਦਾ ਅਭਿਆਸ। ਹੁਣ ਤਾਂ ਸਵੇਰੇ ਸਪੀਕਰ ਇੰਨੇ ਲੱਗ ਜਾਂਦੇ ਆ, ਉਹ ਕਹਿੰਦੇ ਸਾਨੂੰ ਸੁਣੋ, ਤੈਨੂੰ ਕੋਈ ਪਾਠ ਕਰਨ ਦੀ ਲੋੜ ਨਹੀਂ, ਗੱਜ ਕੇ ਬੋਲੋ ਸ੍ਰੀ ਵਾਹਿਗੁਰੂ ਜੀ। ਆਪੋ ਆਪਣਾ ਹਰੇਕ ਬਾਜਾ ਵਜਾ ਰਿਹਾ। ਕਿ ਅਸੀਂ ਜਿਹੜਾ ਨਿਤਨੇਮ ਕਰਦੇ ਇਹੀ ਹੈ ਕਿ ਤੂੰ ਜਿਹੜਾ ਕਰਦੇ ਤਾਂ ਇਹੀ ਨਹੀਂ। ਕਿਉਂ ਜੇ ਤਾਂ ਨਾਮ ਅਭਿਆਸ ਕਰਨਾ ਹੋਊ ਫਿਰ ਤਾਂ ਰੌਲਾ ਰੱਪਾ ਇਕਾਂਤ ਚਾਹੀਦੀ ਹੈ। ਪਰ ਜੇ ਹੁਣ ਲਾਉਣਾ ਹੀ ਹੈ ਤੇ ਆਵਾਜ਼ ਸੀਮਤ,
ਪਰ ਉਹ ਇੰਨੀ ਉੱਚੀ ਛੱਡਣੀ ਹੈ ਵੀ ਅਗਲੇ ਦਾ ਦਿਮਾਗ ਜ਼ਰੂਰ ਪਾੜਨਾ, ਆਪਣਾ ਸੰਗ ਪੜਾਉਣਾ, ਦੂਏ ਦਾ ਦਿਮਾਗ। ਇਸ ਤਰ੍ਹਾਂ ਦਾ ਹਾਲ ਜਿਹੜਾ ਬਣਿਆ ਹੋਇਆ। 4 ਚੁਫੇਰੇ ਐਸਾ, ਕਿਉਂਕਿ ਨਾਮ ਅਭਿਆਸ ਜੀ ਨਹੀਂ ਕਰਨਾ, ਉਹਦਾ ਤਾਂ ਹੀ ਹੋਊਗਾ ਰੌਲਾ ਰੱਪਾ ਨਾ ਹੋਵੇ, ਟਿਕਾ ਹੋਵੇ। ਜੇ ਟਿਕਾ ਨਹੀਂ ਤਾਂ ਕਿਵੇਂ ਹੋਊਗਾ? ਚੌਂਕੜਾ ਲਾਉਣਾ, ਇੰਦਰੀਆਂ ਕਾਬੂ ਕਰਨੀਆਂ, ਮਨ ਬੁੱਧੀ ਨੂੰ ਕਾਬੂ ਕਰਨਾ, ਸ਼ਬਦ ਦਾ ਅਭਿਆਸ ਕਰਨਾ, ਇਹ ਤਾਂ ਅਸੀਂ ਹੁਣ ਭੁੱਲੇ ਗਏ ਹਾਂ। ਇੱਧਰ ਦੀ ਤਾਂ ਲੋੜ ਹੀ ਨਹੀਂ ਸਮਝਦੇ। ਅਤੇ ਬਾਣੀ ਜਿਹੜੀ ਹੈ ਇਸ ਚੀਜ਼ ਦੇ ਉੱਤੇ ਜ਼ੋਰ ਬੜਾ ਦੇ ਰਹੀ ਹੈ। ਸੋ ਇਸ ਵਾਸਤੇ ਗੁਰਮੁਖ ਪਿਆਰੋ, ਅੰਮ੍ਰਿਤ ਵੇਲੇ ਉੱਠਣਾ, ਸਭ ਤੋਂ ਪਹਿਲਾਂ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਰੋਗਾ। ਪਹਿਲਾਂ ਤੋਂ ਉੱਠ ਕੇ ਕਿਰਿਆ ਕਰਨੀ ਹੈ, ਉਹ ਤੋਂ ਬਾਅਦ ਫਿਰ ਇਸ਼ਨਾਨ ਕਰਨਾ, ਅਤੇ ਫਿਰ ਨਾਮ ਦਾ ਅਭਿਆਸ ਕਰਨਾ। ਹੁਣ ਨਾਮ ਜਿਹੜਾ ਹੈ ਉਹ ਗੁਰੂ ਵਾਲੇ ਬਣਾਂਗੇ, ਨਾਮ ਜਪੇ ਵੀ ਸਫਲਤਾ ਹੋਣਾ। ਅਤੇ ਜੇ ਅੰਮ੍ਰਿਤ ਛਕਿਆ ਨਹੀਂ, ਗੁਰੂ ਵਾਲੇ ਬਣੇ ਨਹੀਂ, ਆਪਣੇ ਆਪ ਕਰਾਂਗੇ ਤਾਂ ਉਹ ਗੱਲ ਨਹੀਂ ਬਣਨੀ, ਕਿਉਂ? ਪਿੱਛੇ ਮਿਹਰ ਦਾ ਹੱਥ ਨਹੀਂ ਮਿਲਣਾ। ਆਸ਼ੀਰਵਾਦ ਤਾਂ ਮਿਲਣੀ ਹੈ ਜੇ ਗੁਰੂ ਵਾਲੇ ਹੋਵਾਂਗੇ। ਹੁਣ ਆਪੇ ਕੋਈ ਫੌਜ ਦੀ ਵਰਦੀ ਪਾਈ ਫਿਰੇ, ਬੰਦੂਕ ਫੜ ਕੇ ਬਾਰਡਰ 'ਤੇ ਵੀ ਖੜ੍ਹ ਜਾਏ, ਉਹ ਪਾਕਿਸਤਾਨੀ ਹੱਥ ਆ ਗਿਆ, ਉਹ ਮੁੰਜ ਕੁੱਟਣਗੇ, ਇੱਧਰ ਹੱਥ ਗਏ ਕੁੱਟਣਗੇ, ਤੂੰ ਕਿਹਨਾਂ ਦਾ? ਕਿਉਂ? ਰੋਜ਼ ਨਾਮ 'ਚ ਨਾ ਤਾਂ ਕਿਸੇ ਦੇ ਵੀ ਹੈ ਨਹੀਂ, ਨਾ ਤਾਂ ਉਹਨਾਂ ਦੇ ਆ, ਨਾ ਇਹਨਾਂ ਦੇ ਆ। ਇਸ ਤਰ੍ਹਾਂ ਹੀ ਹੈ ਨਾ। ਇਸ ਤਰ੍ਹਾਂ ਜਿਹੜਾ ਨੁਗਰਾ ਆਦਮੀ ਹੈ ਉਹਦਾ ਤਾਂ ਫਿਰ ਇਸ ਤਰ੍ਹਾਂ ਦਾ ਹੁੰਦਾ। ਅਤੇ ਜਦੋਂ ਫਿਰ ਗੁਰੂ ਵਾਲੇ ਬਣ ਕੇ ਕਰਾਂਗੇ, ਫਿਰ ਉਹਦੀ ਕੀਮਤ ਵੀ ਪੈਂਦੀ ਹੈ, ਉਹਦਾ ਮੁੱਲ ਵੀ ਪੈਂਦਾ। ਇਸ ਵਾਸਤੇ ਗੁਰੂ ਮਹਾਰਾਜ ਅੰਮ੍ਰਿਤ ਛਕ ਕੇ ਨਾਮ ਦੀ ਦਾਤ ਪ੍ਰਾਪਤ ਕਰਨੀ, ਫਿਰ ਰਹਿਤ ਵਿੱਚ ਪਰਪੱਕ ਰਹਿਣਾ, ਕਰੈਤ ਨੂੰ ਤਿਆਗਣਾ। ਖਾਣ ਪੀਣ ਦਾ ਵੀ ਸੰਜਮ ਹੈ, ਬੋਲਣ ਬੁਲਾਉਣ ਦਾ ਵੀ ਹੈ, ਫਿਰਨ ਤੁਰਨ ਦਾ ਵੀ ਹੈ। ਸੰਜਮ ਤਾਂ ਹਰ ਚੀਜ਼ ਦਾ ਹੀ ਹੈ। ਧਿਆਨ ਸਾਧਨਾ ਵੀ ਹੈਗੀ ਹੈ। ਧਿਆਨ ਸਰੀਰ ਦਾ ਨਾ ਰੱਖੋ, ਇਹ ਰੋਗੀ ਹੋ ਜਾਵੇ। ਬੱਚਿਆਂ ਨੂੰ ਰੱਖੋ, ਉਹ ਵੀ ਵਿਗੜ ਜਾਣਗੇ। ਘਰ ਮਕਾਨ ਦੁਕਾਨ ਕਾਰੋਬਾਰ ਦਾ ਨਾ ਰੱਖੋਗੇ, ਉਹ ਵੀ ਠੱਪ ਹੋ ਜਾਊਗਾ। ਇਸ ਤਰ੍ਹਾਂ ਮਨ ਦਾ ਇਹਦਾ ਧਿਆਨ ਨਾ ਕਰੋਗੇ, ਇਹ ਵੀ ਬਿਰਤੀ ਚੰਚਲ ਹੋ ਕੇ ਬਕਾਰੀ ਬਣ ਕੇ ਕੋਈ ਨਾ ਕੋਈ ਪੱਧਰ ਕਰ ਬੈਠੂ, ਬਦਨਾਮੀ ਦਾ ਕਾਰਨ ਬਣ ਜਾਏਗਾ। ਇਸ ਵਾਸਤੇ ਜਿਹੜੀ ਧਿਆਨ ਸਾਧਨਾ, ਖਾਣ ਪੀਣ ਪਹਿਨਣ, ਹਰ ਚੀਜ਼ ਦਾ, ਫਿਰਨ ਤੁਰਨ ਦਾ, ਬੋਲਣ ਚੱਲਣ, ਇਹ ਸਾਰੀ ਚੀਜ਼ ਜਿਹੜੀ ਵਿਧੀ ਵਿਧਾਨ ਮਰਜ਼ਾਦਾ ਦੇ ਵਿੱਚ ਚੱਲਦੀ ਹੈ। ਅਤੇ ਗੁਰੂ ਮਹਾਰਾਜ ਨੇ ਗੁਰਸਿੱਖ ਨੂੰ ਕਿਸ ਤਰ੍ਹਾਂ ਦੀ ਇਹ ਮਰਜ਼ਾਦਾ ਬਣਾ ਕੇ ਦਿੱਤੀ। ਹਾਂਜੀ, ਚੱਲ ਆਗੇ ਉੱਠ ਨਾਮ ਜਪ, ਨਿਸ ਵਾਸਰਿਆ ਰਾਤ, ਕਾਰਾ ਤੁ ਜਨਮ ਵਿਆਪੀ, ਨਾਨਕ ਮਿਟੈ ਉਪਾਦ। ਇਹ ਅੰਮ੍ਰਿਤ ਵੇਲੇ ਉੱਠ ਕੇ ਆਪਣੀ ਕਿਰਿਆ ਨੂੰ ਸੋਧ, ਫਿਰ ਇਸ਼ਨਾਨ ਕਰ। ਕਿਉਂਕਿ ਜਿਹੜਾ ਅਸੀਂ ਭੋਜਨ ਖਾਂਦੇ ਨਾ, ਉਹ 3 ਵਜੇ ਤੋਂ ਬਾਅਦ ਮੈਲ ਬਣ ਜਾਂਦੀ ਹੈ। ਅਤੇ ਜੇ ਉੱਠ ਕੇ ਬਾਹਰ ਅੰਦਰ ਨਹੀਂ ਜਾਂਦੇ, ਉਹ ਸਮਝੋ ਇਨਸਾਨ ਭੰਗੀ ਹੈ, ਗੰਦ ਚੁੱਕੀ ਫਿਰਦਾ। ਉਹ ਜਿਹੜੇ ਗੰਦੇ ਪਰਮਾਣੂ ਆ, ਉਹ ਦਿਮਾਗ ਵੀ ਖਰਾਬ ਕਰਦੇ, ਰੋਗ ਵੀ ਪੈਦਾ ਕਰਦੇ ਆ। ਅੱਜ ਕੱਲ੍ਹ ਬਿਮਾਰੀਆਂ ਕਿਉਂ ਵੱਧ ਗਈਆਂ? ਅਸੀਂ ਮਹਾਰਾਜ ਦੀ ਮਰਜ਼ਾਦਾ ਛੱਡਤੀ। ਅੰਦਰ ਗੰਦ ਪਿਆ ਆ, ਉਹ ਗੰਦ ਜਿਹੜਾ ਅੰਦਰ ਵਾੜ ਜਾਂਦੀ ਹੈ, ਦਿਮਾਗ ਵੀ ਖਰਾਬ ਹੁੰਦਾ, ਬੁੱਧੀ ਵੀ ਖਰਾਬ ਹੁੰਦੀ। 8-9 ਵਜੇ ਤੱਕ ਸੁੱਤੇ ਰਹਿੰਦੇ। ਤੜਕੇ ਉੱਠਣਾ, ਪਹਿਲਾਂ ਸ਼ੌਚ ਕਿਰਿਆ ਕਰਨੀ, ਉਸ ਤੋਂ ਬਾਅਦ ਦਾਤਣ ਜਾਂ ਬੁਰਸ਼ ਵਰਸ਼ ਜਿਹਾ ਜੋ ਇਹ ਕਰੋ, ਉਹ ਤੋਂ ਬਾਅਦ ਇਸ਼ਨਾਨ ਕਰੋ। ਇਸ਼ਨਾਨ ਤੋਂ ਬਾਅਦ ਫਿਰ ਪੇਟ ਸਾਫ਼ ਹੋ ਗਿਆ, ਫਿਰ ਚੌਂਕੜਾ ਲਾ ਕੇ ਬੈਠੋ, ਸਵਾਸ ਕਿਰਿਆ ਸਹੀ ਹੋਊਗੀ, ਫਿਰ ਸਿਮਰਨ ਕਰੋ ਅਤੇ ਆਨੰਦ ਵੱਖਰਾ ਆਏਗਾ। ਇਸ ਵਾਸਤੇ ਸਵੇਰ ਦਾ ਵੀ ਹੈ, ਫਿਰ ਆਪਣੇ ਗੁਰੂ ਇਸ਼ਟ ਦੇ ਦਰਸ਼ਨ ਕਰਨੇ, ਪਾਠ ਕੀਰਤਨ ਕਥਾ ਸੁਣਨੇ, ਜਿਹਦੇ ਨਾਲ ਸਾਨੂੰ ਰੋਜ਼ ਸਿਹਤ ਸਮੱਤ ਮਿਲਦੀ ਰਹੇ। ਉਸ ਤੋਂ ਬਾਅਦ ਫਿਰ ਆਪਣਾ ਜਲ ਪਾਣੀ ਛਕੋ, ਕਾਰੋਬਾਰ ਜੋ ਹੈ। ਅਤੇ ਸ਼ਾਮ ਨੂੰ ਫਿਰ ਇਸ ਤਰ੍ਹਾਂ ਹੀ ਇਤਿਹਾਸਕ ਪ੍ਰਸੰਗ, ਕਿ ਅਸੀਂ ਆਪਣੇ ਗੁਰੂ ਮਹਾਰਾਜ ਦੇ ਨਾਲ ਜੁੜੇ ਰਹੀਏ, ਭਾਵਨਾ ਬਣੀ ਰਹੇ। ਫਿਰ ਸ਼ਾਮ ਦਾ ਨਿਤਨੇਮ ਹੈ, ਸ਼੍ਰੀ ਰਹਿ ਰਾਸ ਆਰਤੀ ਹੈ, ਕੀਰਤਨ ਸੋਲਾ ਹੈ, ਇਸ ਤਰ੍ਹਾਂ ਹੈ। ਅਤੇ ਬਾਕੀ ਜਿਹੜਾ ਫਿਰਦੇ ਤੁਰਦਿਆਂ ਵੀ ਮਹਾਰਾਜ ਦਾ ਹੁਕਮ ਹੈ, ਉਠਤ ਬੈਠ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਹੁਣ ਤਾਂ ਸਾਰੀ ਕਿਰਿਆ ਹੀ ਅਸਤ ਵਿਅਸਤ ਹੋਈ ਹੈ। ਕੋਈ ਬਿਰਲਾ ਗੁਰਸਿੱਖ ਹੈ ਜਿਹਨੂੰ ਕੋਈ ਚੰਗੇ ਪੁਰਖਾਂ ਦੀ ਸੰਗਤ ਹੈ, ਉਹ ਤਾਂ ਕੋਈ ਮਾਣ ਮਰਜ਼ਾਦਾ 'ਚ ਤੁਰਦਾ, ਬਾਕੀ ਤਾਂ ਸਾਰਾ ਅਗੜ ਦੁਗੜਾ ਜਿਹਾ ਹੋਇਆ ਪਿਆ।
ਹੁਣ ਇੰਜਣ ਦੇ ਪੁਰਜੇ ਵੱਖਰੇ ਵੱਖਰੇ ਹੋਣਗੇ, ਜਿੰਨਾ ਮਰਜ਼ੀ ਹੈਂਡਲ ਮਾਰਿਓ ਹੋ ਜਾਏਗਾ ਸਟਾਰਟ। ਇਸ ਤਰ੍ਹਾਂ ਅੱਜ ਸਾਰੇ ਸੰਸਾਰ ਦੀ ਕਿਰਿਆ ਅਸਤ ਵਿਅਸਤ ਹੋਈ ਹੋਈ ਹੈ, ਜਿਹਦੇ ਕਾਰਨ ਬਿਮਾਰੀਆਂ, ਸਰੀਰ ਵੀ ਰੋਗੀ ਹੈ, ਮਨ ਵੀ ਰੋਗੀ ਹੈ, ਬੁੱਧੀ ਵੀ ਰੋਗੀ ਹੈ, ਸਾਰਾ ਸੰਸਾਰ ਹੀ ਰੋਗੀ ਬਣਿਆ ਹੋਇਆ। ਪਾਤਸ਼ਾਹ ਕਹਿੰਦੇ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਸੰਸਾਰ ਰੋਗੀ ਹੈ, ਇਹ ਰੋਗ ਦੇ ਦੂਰ ਕਰਨ ਦਾ ਦਾਰੂ ਹੈ ਨਾਮ। ਅੱਜ ਸੱਚ ਪੱਲੇ ਨਾ ਹੋਣ ਦੇ ਕਾਰਨ ਝੂਠ ਦਾ ਬੋਲਵਾਲਾ ਤੇ ਮੈਲ ਲੱਗੀ ਹੋਈ ਹੈ। ਮਨ ਮੈਲੇ ਹੋ ਗਿਆ, ਮਨ ਮੈਲਾ ਹੋ ਗਿਆ, ਤਨ ਧੋਤਾ ਮਨ ਹੱਛਾ ਨਾ ਹੋਈ। ਤੇ ਮਹਾਰਾਜ ਦਾ ਹੁਕਮ ਸੀ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਧੈ ਕੋ ਜਾਵੋ। ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਰਾਸ ਜਮਾਵ। ਹੁਣ ਮਾਈਆਂ ਨੂੰ ਜਾਗ ਲਾਉਣਾ ਤਾਂ ਭੁੱਲ ਹੀ ਗਿਆ। ਰੈਡੀਮੇਡ ਦਹੀਂ ਮਿਲ ਜਾਂਦਾ, ਬੇਰਕੇ ਵਾਲੇ ਦਾ ਲੈ ਲਿਆ, ਦੁੱਧ ਉੱਥੋਂ ਲੈ ਆਉਂਦਾ। ਕਿਹਨੇ ਚਾਟੀ ਕੁੰਝਣੀ, ਕਿਹਨੇ ਕਰਨਾ, ਕਿਹਨੇ ਮੱਝ ਗਾਂ ਚੋਣੀ। ਆ ਜੱਟਾਂ ਦੀਆਂ ਜੁਆਕੜੀਆਂ ਨੂੰ ਹੁਣ ਮੱਝ ਚੋਣੀ ਆਉਂਦੀ ਗਏ ਨੂੰ, ਛੋਕਰੇ ਛੋਕਰੀਆਂ ਨੂੰ ਰੰਬੇ ਦਾਤੀ ਦੇ ਨਾਮ ਭੁੱਲ ਗਏ। ਇਹ ਕਿਰਿਆ ਸਾਰੀ ਛੱਡੀ ਛਡਾਈ ਫਿਰਦੇ ਆ। ਇਸ ਤਰ੍ਹਾਂ ਦਾ ਹਾਲ ਹੋਇਆ ਹੋਇਆ। ਤੇ ਜਿਹੜੇ ਤੁਹਾਡੇ ਚੌਧਰੀ ਬਣੇ ਹੋਏ ਲੀਡਰ, ਇਹਨਾਂ ਵਿਚਾਰਿਆਂ ਨੂੰ ਵੀ ਕਿਸੇ ਬਿਹਾਰ ਦਾ ਗਿਆਨ ਨਹੀਂ, ਵੋਟਾਂ ਨਾ ਪਾ ਦਿੱਤਾ। ਕਿਉਂਕਿ ਇੱਕ ਪਾਸੇ 27 ਬ੍ਰਹਮ ਗਿਆਨੀ ਹੋਣ, ਦੂਏ ਪਾਸੇ 30 ਲੁੱਚੇ ਹੋਣ। ਵੋਟਾਂ ਦੇ ਰਾਜ 'ਚ ਬ੍ਰਹਮ ਗਿਆਨੀ ਆ ਜਾਊਗਾ? ਉੱਥੇ ਬੂਝੜ ਬੰਦੇ ਆਉਣੇ ਆ। ਇਹ ਤੁਹਾਡੀਆਂ ਵੋਟਾਂ ਦਾ ਫਲ ਆ ਜਿਹੜਾ ਇਸ ਵੇਲੇ ਭੋਗਣ ਰਹੇ ਆ। ਉਦੋਂ ਤਾਂ ਆਪਾਂ ਨੂੰ ਲਾਹਣ ਮਿਲ ਜਾਣੀ ਚਾਹੀਦੀ ਹੈ, ਚਿੱਟਾ ਮਿਲ ਜਾਣਾ ਚਾਹੀਦਾ। ਫਿਰ 5 ਸਾਲ ਖਾਓ ਜੁੱਤੀਆਂ ਰੱਜ ਕੇ। ਸੋ ਇਸ ਵਾਸਤੇ ਇਹ ਹੈ, ਪਰਜਾ ਅੰਧੀ ਗਿਆਨ ਬਿਨ ਕੂੜ ਕਸਤ ਮੁਖੋਂ ਆਲਾਈ। ਭਾਈ ਗੁਰਦਾਸ ਕਹਿੰਦੇ ਵਰਤਿਆ ਪਾਪ ਸਭ ਜਗ ਮਾਹੀ। ਇਹ ਤਾਂ ਹੁਣ ਇੰਨੇ ਸਾਧ ਸਿੰਘ ਬੋਲੇ ਇੰਨੇ ਹੋ ਗਏ ਆ, ਕੋਈ ਆਵਾਜ਼ ਸੁਣਦੇ ਆ? ਬੀਬੀਆਂ ਜਾ ਜਾ ਕੇ ਸੜਕਾਂ 'ਤੇ ਰੁਲ ਰਹੀਆਂ, ਬੰਦੇ ਰੁਲਣ ਡਏ ਆ, ਉਹ ਆਰਾਮ ਨਾਲ ਬੈਠੇ ਆ। ਇਹ ਜੀ ਪ੍ਰਾਈਮ ਮਿਨਿਸਟਰ ਦੀ ਕੋਠੀ ਹੈ, ਰਾਸ਼ਟਰਪਤੀ ਭਵਨ ਆ, ਇਹ ਰਾਸ਼ਟਰ ਦਾ ਭਵਨ ਆ। ਰਾਸ਼ਟਰ ਦੇ ਭਵਨ ਵਿੱਚ ਬਹਿ ਕੇ ਰਾਸ਼ਟਰ ਨੂੰ ਦੇਖੋ ਤਾਂ ਸਹੀ, ਰਾਸ਼ਟਰ ਦੇ ਲੋਕ ਦੁਖੀ ਹੈ ਕਿ ਸੁਖੀ ਹੈ? ਇੱਧਰ ਤਾਂ ਧਿਆਨ ਨਹੀਂ ਰਹਿ ਗਿਆ। ਇਹ ਤੁਸੀਂ ਇਹਨਾਂ ਨੂੰ ਬਹਾਲਿਆ ਇੱਥੇ। ਇਹ ਤੁਹਾਡੀ ਵੋਟ ਦਾ ਫਲ ਹੈ। ਨੋਟ ਤੇ ਵੋਟ ਚੱਲਦਾ। ਸੋ ਇਸ ਕਰਕੇ ਦਮੜੀ ਤੇ ਚਮੜੀ ਦੀ ਦੌੜ ਲੱਗੀ ਹੋਈ ਹੈ। ਅੱਗੇ ਤਾਂ ਇੱਕ ਰਾਵਣ ਸੀ, ਹੁਣ ਰਾਵਣਾਂ ਦਾ ਅੰਤ ਨਹੀਂ ਆ। ਅਖਬਾਰਾਂ ਪੜ੍ਹ ਕੇ ਦੇਖ ਲਓ, ਧੀਆਂ ਭੈਣ ਦੀ ਇੱਜ਼ਤ ਕਿਵੇਂ ਰੁਲ ਰਹੀ ਹੈ। ਉਹਦਾ ਤਾਂ ਪੁਤਲਾ ਫੂਕ ਲਿਆ, ਜਿਹੜੇ ਜੀਂਦੇ ਰਾਵਣ ਤੁਰੇ ਫਿਰਦੇ ਆ। ਸੰਸਾਰ ਦੇ ਉੱਤੇ ਹਨੇਰ ਪਿਆ ਹੋਇਆ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਬੀਓ ਬੀਜ ਪੱਤ ਲੈ ਗਏ। ਜੇ ਤਾਂ ਬੀਜ ਸਾਬਤਾ ਹੋਵੇ ਤਾਂ ਜੰਮੂਗਾ। ਬੀਓ ਵਿੱਚ ਪੱਤ ਉਗਵੈ, ਅਬ ਕਿਉਂ ਉਗਵੈ ਦਾਲ। ਤੇ ਦਾਲ ਨੇ ਥੋੜ੍ਹੀ ਜੰਮਣਾ। ਹੁਣ ਤਾਂ ਦਲੀਆ ਹੋਇਆ ਆ, ਉਹ ਦਲੀਆ ਵੀ ਨਹੀਂ, ਹੁਣ ਤਾਂ ਗਾਹਾਂ ਹੀ ਹੁੰਦਾ ਜਾ ਰਿਹਾ। ਸੋ ਇਸ ਵਾਸਤੇ ਗੁਰਮੁਖ ਪਿਆਰਿਓ, ਸੱਚੇ ਪਾਤਸ਼ਾਹ ਨੇ ਸਾਨੂੰ ਕਿਸ ਤਰ੍ਹਾਂ ਸਾਰੇ ਸੰਸਾਰ ਦਾ ਚੱਕਰ ਲਾ ਲਾ ਕੇ ਸੋਝੀ ਦਿੱਤੀ, ਪਰ ਅਸੀਂ ਛੱਡ ਦਿੱਤਾ ਸਾਰਾ ਕੁਝ। ਤੇ ਜੇ ਗੁਰੂ ਮਹਾਰਾਜ ਦੇ ਉਪਦੇਸ਼ਾਂ 'ਤੇ ਚੱਲਦੇ, ਅੱਜ ਆਹ ਦਿਨ ਦੇਖਣੇ ਨਾ ਪੈਂਦੇ ਜਿਹੜੇ ਦੇਖ ਰਹੇ। ਹਾਲੇ ਤਾਂ ਬਹੁਤ ਕੁਝ ਦੇਖਣਾ। ਹਾਲੇ ਤਾਂ ਕਲਯੁਗ ਦੇ ਦੁੱਧ ਦੰਦ ਹੀ ਕੱਢੇ ਹਾਲੇ ਨਾ। ਹਾਲੇ ਤਾਂ ਦੁੱਧ ਦੰਦ ਆ ਇਹਦੇ। ਹਾਲੇ ਇਹਨੂੰ ਬਹੁਤ ਕੁਝ ਦਿਖਾ ਲੈਣਾ। ਇਹ ਬਚੋਗੇ ਤਾਂ। ਦੋ ਪੁੜ ਚੱਕੀ ਜੋੜ ਕੇ ਪੀਸਣ ਆਏ ਬੇਹਠ, ਜੇ ਦਰ ਰਹੇ ਸੁਬਰੇ ਨਾਨਕ ਅਜਬ ਡਿਠ। ਚੱਕੀ ਦੇ ਪੁੜ ਹੁੰਦੇ ਨਾ। ਹੁਣ ਤਾਂ ਚੱਕੀਆਂ ਦੇ ਦਰਸ਼ਨ ਵੀ ਭਾਈ ਟੈਲੀਵਿਜ਼ਨ ਤੇ ਕਰ ਲਿਆ ਕਰੋ, ਘਰਾਂ 'ਚ ਤਾਂ ਰਹੀਆਂ ਨਹੀਂ ਚੱਕੀਆਂ। ਕੀ ਲੋੜ ਹੈ, ਬਹੁਤੇ ਅਮੀਰ ਹੋ ਗਏ ਅਸੀਂ। ਚੱਕੀਆਂ ਦੇ ਦਰਸ਼ਨ ਨਹੀਂ ਹੁਣ ਘਰਾਂ 'ਚ। ਸੋ ਇਸ ਵਾਸਤੇ ਉਹ ਚੱਕੀ ਜਿਹੜੀ ਹੈ ਦੇਖ ਲਿਓ ਜਾ ਕੇ, ਇੱਕ ਕੀਲੀ ਹੁੰਦੀ ਹੈ। ਜਿਹੜੇ ਤੇ ਦਾਣੇ ਘੁਮਾ ਕੇ ਦੇਖ ਲਿਓ ਮਾੜਾ ਜਿਹਾ, ਤੇ ਜਿਹੜੇ ਦਾਣੇ ਥੱਲੇ ਆ ਗਏ ਉਹ ਤਾਂ ਦਲੀਆ ਮੈਦਾ, ਜਿਹੜੇ ਕੀਲੀ ਨਾਲ ਜੁੜ ਜਾਣ ਉਹ ਵੱਜ ਜਾਂਦੇ ਨੇ। ਜਿਹੜੇ ਤਾਂ ਗੁਰਬਾਣੀ ਨਾਲ ਜੁੜੇ ਰਹਿਣਗੇ ਉਹ ਤਾਂ ਵੱਜ ਜਾਣਗੇ, ਨਹੀਂ ਤਾਂ ਰਾਗ ਦਵੈਸ਼ ਦੇ 2 ਪੁੜ ਚੱਲ ਰਹੇ ਆ, ਇਹ ਦਲੀਆ ਮਲੀਆ ਕਰ ਰਿਹਾ ਹੈ। ਸੋ ਇਸ ਵਾਸਤੇ
ਧੰਨ ਧੰਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿੰਨੀ ਕਿਰਪਾ ਕੀਤੀ, ਪਰ ਅਸੀਂ ਅਕਿਰਤ ਕਣ ਬਣ ਗਏ। ਇਸ ਕਿਰਪਾ ਦੀ ਕਦਰ ਨਹੀਂ ਕੀਤੀ। ਬਕਦਰਿਆਂ ਨੂੰ ਕੋਈ ਚੀਜ਼ ਮਿਲ ਜਾਏ ਨਾ, ਉਹ ਕਦਰ ਨਹੀਂ ਕਰਦੇ। ਜੇ ਤਾਂ ਸਹੀ ਨੂੰ ਮਿਲੇ ਫਿਰ ਉਹਦੀ ਕਦਰ ਕਰਦਾ, ਉਹਦੀ ਕਦਰ ਕਰਦਾ ਨਾ। ਉਹਨੂੰ ਪਤਾ ਹੁੰਦਾ ਕਿੰਨੀ ਮਿਹਨਤ ਨਾਲ ਲਈ ਹੈ ਵਸਤੂ। ਮੈਂ ਤਾਂ ਮੁੱਲ ਮਹਿੰਗੀ ਲਈ ਜੀ ਸੱਟੇ। ਸੰਤ ਬਾਬਾ ਮਹਿੰਦਰ ਸਿੰਘ ਸਾਡੇ ਸੰਤਾਂ ਨੂੰ ਕਹਿਣਾ ਮਹਾਰਾਜ ਕਿਰਪਾ, ਉਹ ਨਹੀਂ ਹਾਂ ਪੰਕਤੀ ਕਹਿਣੀ, ਮੈਂ ਤਾਂ ਮੁੱਲ ਮਹਿੰਗੀ ਲਈ ਜੀ ਸੱਟੇ। ਕਹਿੰਦੇ ਜਿਹੜੀ ਚੀਜ਼ ਬੜੀ ਮਿਹਨਤ ਨਾਲ ਲਈ ਹੈ, ਇਹਨੂੰ ਛੱਜ 'ਚ ਪਾ ਕੇ ਨਹੀਂ ਛੱਟਿਆ ਜਾਂਦਾ। ਇਹ ਤਾਂ ਕਮਾਈ ਕਰੋਗੇ ਫਿਰ ਇਹ ਮਿਲੇਗੀ। ਨਾਮ ਅਭਿਆਸ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਈ ਸੰਗਤ ਨੂੰ ਜੀ ਆਇਆਂ, ਧੰਨਵਾਦ। ਗੁਰੂ ਮਹਾਰਾਜ ਮਿਹਰ ਕਰਨ, ਨਾਮਦਾਨ ਸਿੱਖੀ ਦਾਨ ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸ਼ੁਕਰ ਕਰੋ ਕਿ ਇੰਨਾ ਕੁ ਬੈਠਣ ਦਾ ਸਮਾਂ ਮਿਲ ਗਿਆ। ਨਹੀਂ ਤਾਂ ਕਲਯੁਗ ਐਸਾ ਉਹ ਗੁਰਦੁਆਰੇ ਵੱਲ ਜਾਣ ਕਿੱਥੇ ਦਿੰਦਾ, ਉਹ ਤਾਂ ਪੁੱਠੇ ਪਾਸੇ ਲਿਜਾਂਦਾ ਨਾ। ਇਹ ਉਹਦਾ ਧੰਨਵਾਦ ਕਰਿਓ ਕਿ ਮਹਾਰਾਜ ਜੀ ਆਪਣੇ ਚਰਨਾਂ 'ਚ ਸਾਨੂੰ ਆਉਣ ਦਾ ਸੁਭਾਗ ਬਖਸ਼ਦੇ ਆ। ਉਹਨਾਂ ਦਾ ਸ਼ੁਕਰਾਨਾ ਕਰਿਓ। ਸੋ ਇੰਨੀ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।